किस तरह संत जरनैल सिंह जी भिंडरांवालिਆਂ ਨੂੰ ਮਿਲਣ ਤੋਂ ਬਾਅਦ ਇੱਕ ਆਮ ਪੰਜਾਬੀ, ਇੱਕ ਆਮ ਜ਼ਿਮੀਂਦਾਰ ਜਾਂ ਇੱਕ ਸ਼ਰਾਬੀ ਕਬਾਬੀ ਬੰਦਾ ਕਿਸ ਤਰ੍ਹਾਂ ਉਹ ਜੁਝਾਰੂ ਬਣ ਜਾਂਦਾ, ਕਿਸ ਤਰ੍ਹਾਂ ਉਹ ਇੱਕ ਅਜਿਹੇ ਰਾਹ ਤੇ ਤੁਰ ਪੈਂਦਾ ਕਿ ਅੱਜ ਉਹਨਾਂ ਦੀ ਜਿਹੜੀ ਕਰਨੀ ਹੈ ਉਹਦੇ ਅੱਗੇ ਸਿਰ ਝੁਕਦਾ। ਤੁਹਾਡੇ ਪਿਤਾ ਜੀ ਸ਼ਹੀਦ ਭਾਈ ਰਸਾਲ ਸਿੰਘ ਉਹ ਇੱਕ ਸ਼ਰਾਬੀ ਕਬਾਬੀ ਸੀ, ਸੰਤ ਜਰਨੈਲ ਸਿੰਘ ਜੀ ਨੂੰ ਕਿਵੇਂ ਮਿਲੇ, ਕਿਸ ਤਰ੍ਹਾਂ ਰਸਾਲ ਸ਼ਰਾਬੀ ਸ਼ਹੀਦ ਭਾਈ ਰਸਾਲ ਸਿੰਘ ਬਣਿਆ? ਜਦੋਂ ਮਿਲਾਪ ਹੋਇਆ ਸੀ ਉਦੋਂ ਸਾਡੇ ਡੈਡੀ ਨੇ ਸ਼ਰਾਬ ਪੀਤੀ ਹੋਈ ਸੀ, ਸੰਤਾਂ ਨੂੰ ਮਾੜਾ ਚੰਗਾ ਵੀ ਬੋਲੇ ਸੀ ਤੇ ਸੰਤਾਂ ਨੇ ਫਿਰ ਬਚਨ ਵੀ ਛੱਡਿਆ ਸੀ ਕਿ ਕਿਆਲਮਾ ਸਿੰਘ ਤੂੰ ਸਾਡੇ ਨਾਲ ਹੋਵੇਂਗਾ। ਸੰਤ ਜਰਨੈਲ ਸਿੰਘ ਜੀ ਦਾ ਜਥਾ ਜਿਹੜਾ ਉਹ ਅਸਮਾਨ ਵਾਲਾ ਨੂੰ, ਅਸਮਾਨ ਵਾਲਾ ਤੋਂ ਕਿੰਨੀ ਕੁ ਦੂਰ ਹੈ? ਇਹ ਸਿੱਧਾ ਇੱਥੋਂ ਸਿਰਫ 1.5 ਕਿਲੋਮੀਟਰ ਅਸਮਾਨ ਵਾਲਾ ਪਿੰਡ ਹੈ ਜੀ। ਸੰਤਾਂ ਦਾ ਜਥਾ ਪਿੱਛੋਂ ਕਿਧਰੋਂ ਆ ਰਿਹਾ ਸੀ ਤੁਰ ਕੇ? ਪਿੱਛੋਂ ਮਹਿਤੇ ਤੋਂ ਆ ਰਿਹਾ ਸੀ ਜੀ, ਬੱਸ ਸੀ ਜੀ, ਬੱਸ ਜਥੇ ਵਾਲੀ ਬੱਸ ਸੀ, 40 ਸਿੰਘਾਂ ਦੀ ਜਥੇ ਵਾਲੀ ਬੱਸ ਸੀ। ਜਥੇ ਵਾਲੀ ਬੱਸ ਇੱਧਰ ਡੱਕੀ ਸੀ, ਡੈਡੀ ਇੱਧਰ ਤੁਰੇ ਜਾਂਦੇ ਸੀ ਘਰ ਨੂੰ। ਬਹੁਤ ਚਰਚਿਤ ਤਸਵੀਰ ਆ ਸਿੱਖ ਰਸਾਲਿਆਂ ਦੇ ਵਿੱਚ, ਮੈਗਜ਼ੀਨਾਂ ਦੇ ਵਿੱਚ, ਪ੍ਰਦਰਸ਼ਨੀਆਂ ਦੇ ਵਿੱਚ ਤਸਵੀਰ ਅਸੀਂ ਦੇਖਦੇ ਹਾਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਜੇ ਪਾਸੇ ਅਜੇ ਵੀ ਇੱਕ ਹਿੱਸਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਾਰਤੀ ਫੌਜ ਦੇ ਕੀਤੇ ਹਮਲੇ ਦਾ ਸਬੂਤ ਆ। ਉਹਦੀਆਂ ਜਿਹੜੀਆਂ ਪੌੜੀਆਂ ਹੇਠਾਂ ਨੂੰ ਉਤਰਦੀਆਂ ਉਹ ਪੌੜੀਆਂ ਦੇ ਵਿੱਚ ਖਿੱਚੀ ਗਈ ਤਸਵੀਰ ਆ। ਇਹ ਪੁਲ ਜਿਹੜਾ ਹੈਗਾ ਉਹ ਵੀ ਇਤਿਹਾਸਿਕ ਆ। ਇਹ ਉਦੋਂ ਪੁਰਾਣੀ ਜਿਹੜੀ ਹੈਗੀ ਹੈ ਨਹਿਰ ਆ, ਉਦੋਂ ਕੱਚਾ ਹੁੰਦਾ ਸੀ ਪੁਲ, ਕੱਚਾ ਹੀ ਰੋਡ ਸੀ, ਕੱਚਾ ਹੀ ਪੁਲ ਸੀਗਾ। ਇੱਥੇ ਸੰਤਾਂ ਦੇ ਨਾਲ ਜਿਹੜਾ ਰਸਾਲ ਸਿੰਘ ਦਾ ਮੇਲ ਹੋਇਆ ਸੀ। ਕੋਈ ਬਹੁਤ ਪੁਰਾਣੀ ਜਾਂ ਕੋਈ ਯੁੱਗਾਂ ਦੀ ਕਹਾਣੀ ਨਹੀਂ ਗੀ, ਇਹਨਾਂ ਦੀ ਹੱਡ ਬੀਤੀ ਹੈ ਨਿਰਮਲ ਸਿੰਘ ਹੋਣਾ ਦੀ। ਇਹਨਾਂ ਦੇ ਪਿਤਾ ਜੀ ਕਿਸ ਤਰ੍ਹਾਂ ਸੰਤ ਜਰਨੈਲ ਸਿੰਘ ਦੇ ਦਰਸ਼ਨ ਕੀਤੇ ਔਰ ਉਹਨਾਂ ਦੇ ਬਣ ਕੇ ਰਹਿ ਗਏ, ਔਰ ਅਗਲੇ ਦਿਨ ਬਰਾਤ ਵੀ 41ਵਾਂ ਸਿੰਘ ਬਣ ਕੇ ਚੜ੍ਹੇ ਨਾਲ। ਉਦਣ ਹੀ ਫਿਰ ਡੈਡੀ ਜੀ ਸੁੱਤੇ ਨਹੀਂ ਰਾਤ ਅਰੇ, ਨਾ ਸਾਡੀ ਮਾਤਾ ਨੂੰ ਸੌਣ ਦਿੱਤਾ, ਨਾ ਸਾਡੀ ਦਾਦੀ ਨੂੰ ਸੌਣ ਦਿੱਤਾ, ਸਾਡੇ ਕਿਸੇ ਪਰਿਵਾਰ ਨੂੰ ਸੌਣ ਨਾ ਦਿੱਤਾ ਵੀ ਮੈਨੂੰ ਪਤਾ ਨਹੀਂ ਕੀ ਹੁੰਦਾ। ਅੱਛਾ। ਫਿਰ ਕਹਿੰਦਾ ਕਿ ਇਸ ਤਰ੍ਹਾਂ ਕਰਕੇ ਕੋਈ ਇੱਕ ਸੰਤ ਮਿਲਿਆ ਹੈ ਮੈਨੂੰ ਪੁੱਲ ਤੇ, ਮੈਂ ਉਹਨੂੰ ਚੰਗਾ ਮਾੜਾ ਬੋਲਿਆ ਬਹੁਤ ਜ਼ਿਆਦਾ। ਫਿਰ ਹੌਲੀ ਹੌਲੀ ਪਤਾ ਲੱਗਾ ਕਿ ਉਹ ਸੰਤ ਜਰਨੈਲ ਸਿੰਘ ਸੀ ਜਿਨ੍ਹਾਂ ਨੂੰ ਇਹ ਚੰਗਾ ਮਾੜਾ ਬੋਲੇ। ਤੁਹਾਡੀ ਆਖਰੀ ਮੁਲਾਕਾਤ ਕੁਝ ਚੇਤਾ ਹੈ? ਤੁਸੀਂ 84 ਤੋਂ ਘੱਲੂਘਾਰਾ ਜੂਨ 84 ਤੋਂ ਪਹਿਲਾਂ ਕਿੰਨਾ ਕੁ ਚਿਰ ਪਹਿਲਾਂ ਮਿਲੇ ਸੀ ਉਹਨਾਂ ਨੂੰ? ਅਸੀਂ ਬੜਾ ਜ਼ੋਰ ਲਾਉਣਾ ਜੀ ਆਓ ਚੱਲੀਏ। ਉਹਨਾਂ ਨੇ ਨਹੀਂ, ਮੈਂ ਸੰਤਾਂ ਨਾਲ ਵਚਨ ਕੀਤਾ ਹੋਇਆ ਕਿ ਮੈਂ ਤੁਹਾਡੇ ਨਾਲ ਹੀ ਰਹਾਂਗਾ। ਗੁਰੂ ਅਰਸਾਂ ਥਾਣੇ ਦੇ ਵਿੱਚ ਥਾਣੇਦਾਰ ਬਿੱਛੂ ਸੀ, ਬੜਾ ਖੜਕੂ ਸੰਘਰਸ਼ ਦੇ ਸਮੇਂ 'ਚ ਉਹਨੇ ਜ਼ੁਲਮ ਕੀਤੇ ਸਿੱਖ ਪਰਿਵਾਰਾਂ 'ਤੇ। ਹਾਂਜੀ। ਅੱਛਾ, ਤਾਂ ਸੰਤਾਂ ਨੇ ਜਿਹੜਾ ਸਿੰਘ ਦਾ ਦਾੜੇ ਤੇ ਉਹਨੇ ਪਿਸ਼ਾਬ ਕੀਤਾ, ਕੀ ਨਾਮ ਦੱਸਿਆ ਤੁਸੀਂ? ਉਹ ਲਹਿਰਾ ਸਿੰਘ। ਲਹਿਰਾ ਸਿੰਘ। ਜਿਹੜੀ ਬਿੱਛੂ ਥਾਣੇਦਾਰ ਦੀ ਘਰ ਦੀ ਉੱਥੇ ਗਈ ਸੰਤਾਂ ਦੇ ਕੋਲ, ਆਂਦੀ ਵੀ ਮੈਂ ਅਜੇ ਲੜਕੀਆਂ ਦੇ ਵਿਆਹ ਕਰਨੇ ਆ ਤੇ ਇਹਨੂੰ ਮਾਫੀ ਦੇ ਦਿਓ। ਸੰਤਾਂ ਨੇ ਕਿਹਾ ਕਿ ਇਹ ਜਿਹੜੀ ਸਿੱਖੀ ਦਾ ਕੰਮ ਹੈ, ਉਹਨੇ ਸਿੱਖੀ ਦੀ ਬੇਅਦਬੀ ਕੀਤੀ ਹੈ, ਕੇਸਾਂ ਦੀ ਬੇਅਦਬੀ ਕੀਤੀ, ਅਸੀਂ ਉਹਨੂੰ ਕਿਸੇ ਵੀ ਤਰ੍ਹਾਂ ਅਸੀਂ ਉਹਨੂੰ ਨਹੀਂ ਛੱਡ ਸਕਦੇ। ਪਰ ਜਿਹੜੀਆਂ ਲੜਕੀਆਂ ਹੁੰਦੀਆਂ ਉਹ ਸਾਂਝੀਆਂ ਹੁੰਦੀਆਂ, ਉਹ ਤੇਰੀਆਂ ਵੀ ਲੜਕੀਆਂ ਮੇਰੀਆਂ ਵੀ ਲੜਕੀਆਂ, ਤੂੰ ਵਿਆਹ ਕਰ ਲਾ। ਤਾਂ ਇਹ ਮਤਲਬ ਉਸ ਤੋਂ ਬਾਅਦ ਇਹਨਾਂ ਬਾਰੇ ਕੁਝ ਪਤਾ ਨਹੀਂ ਲੱਗਿਆ, ਤਾਂ ਉਹ ਜੂਨ 84 ਦੇ ਹੋਏ ਸ਼ਹੀਦਾਂ ਦੇ ਵਿੱਚ ਹੀ ਇਹਨਾਂ ਦੀ ਸ਼ਹੀਦੀ ਹੋਈ। ਉਹ ਇੱਕ ਸਾਨੂੰ ਸ਼ਹੀਦੀ ਸਰਟੀਫਿਕੇਟ ਨਾਲ ਸ਼੍ਰੋਮਣੀ ਕਮੇਟੀ ਨੇ ਦੇ ਦਿੱਤਾ ਕਿ ਤੁਹਾਡਾ ਡੈਡੀ ਜਿਹੜਾ ਇੱਥੇ ਸ਼ਹੀਦ ਹੋ ਚੁੱਕਾ। ਤਾਂ ਇਹ ਸਰਟੀਫਿਕੇਟ ਜਿਹੜਾ ਹੈਗਾ ਉਹ ਸ਼੍ਰੋਮਣੀ ਕਮੇਟੀ ਵੱਲੋਂ ਤੁਹਾਨੂੰ 2005 'ਚ ਦਿੱਤਾ ਗਿਆ ਹੈ। ਬਹੁਤ ਸਾਰੇ ਪਰਿਵਾਰ ਅਜਿਹੇ ਸੀ ਜਿਨ੍ਹਾਂ ਨੇ ਕਿਤੇ ਵੀ ਸਮਝੌਤਾ ਨਹੀਂ ਕੀਤਾ ਔਰ ਉਹਨਾਂ ਦੀ ਸ਼ਹੀਦੀ ਨੂੰ ਰੋਲਿਆ ਨਹੀਂ, ਭਾਵ ਕਿ ਜਿਨ੍ਹਾਂ 'ਚੋਂ ਤੁਸੀਂ ਵੀ ਹੋਏ। ਘਰ ਦੇ ਹਾਲਾਤ ਦੱਸਦੇ ਆ, ਜੇ ਉਹੋ ਜਿਹੀ ਗੱਲ ਹੁੰਦੀ ਤੇ ਇੱਥੇ ਬਹੁਤ ਕਰੋੜੀ ਗੱਡੀਆਂ ਖਲੋਤੀਆਂ ਹੁੰਦੀਆਂ। ਕੌਮ ਦਾ ਕੁਝ ਫਰਜ਼ ਹੁੰਦਾ, ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣਾ ਖੂਨ ਦਿੱਤਾ, ਕੁਰਬਾਨੀ ਦਿੱਤੀ ਹੈ, ਅਸੀਂ ਉਹਨਾਂ ਦੀ ਖਾਤਰ ਕੀ ਕਰਦੇ? ਤੁਸੀਂ ਕੰਮ ਕੀ ਕਰਦੇ ਹੋ? ਮੈਂ ਤਾਂ ਕੜੇ ਕੰਗੇ ਕਿਰਪਾਨਾਂ ਦਾ ਕੰਮ ਕਰਦਾ ਜੀ। ਜਿਹੜੇ ਅੱਜ ਬਹੁਤ ਵੱਡੀਆਂ ਸਟੇਜਾਂ ਦੇ ਉੱਤੇ ਬਹੁਤ ਵੱਡੇ ਵੱਡੇ ਨਾਅਰੇ ਮਾਰਦੇ ਆ ਵੀ ਪੰਥ ਨੂੰ ਖਤਰਾ ਹੈ, ਕੌਮ ਨੂੰ ਬਹੁਤ ਖਤਰਾ ਹੈ। ਕੌਮ ਨੂੰ ਨਹੀਂ ਕੋਈ ਖਤਰਾ ਹੈਗਾ। ਦੇਖੋ ਜਿਨ੍ਹਾਂ ਨੇ ਕੌਮ ਖਾਤਰ ਕੁਰਬਾਨੀਆਂ ਕੀਤੀਆਂ ਤੁਹਾਡੇ ਸਾਹਮਣੇ ਬੜੇ ਜਜ਼ਬੇ ਦੇ ਨਾਲ ਬੈਠੇ ਆ, ਬੜੇ ਹੌਸਲੇ ਨਾਲ ਬੈਠੇ ਆ। ਸੱਚੇ ਪਾਤਸ਼ਾਹ ਦਾ ਆਸਰਾ ਹੈ। ਖੂਹ ਵੀ ਸੀਗਾ, ਉਹ ਭਾਈ ਸਾਹਿਬ ਵੇਲੇ ਦਾ ਹੀ ਖੂਹ ਹੈ। ਕਿਸੇ ਨੇ ਸੀਆਈਡੀ ਦਿੱਤੀ ਸੀ ਵੀ ਹਥਿਆਰ ਬਹੁਤ ਜ਼ਿਆਦੇ ਆ। ਮੈਂ ਪਿੰਡ ਦੇ ਲੋਕਾਂ ਨੇ ਮੈਨੂੰ ਦੱਸਿਆ ਇਹ ਜਿਹੜਾ ਖੂਹ ਹੈ ਉਸ ਵਕਤ ਦਾ ਤੁਹਾਡਾ। ਸੀਆਈਡੀ ਵਾਲਾ ਜਦੋਂ ਆ ਗਿਆ ਉਹ ਆਂਦਾ ਵੀ ਤੁਹਾਡੇ ਕੋਲ ਕਿੰਨੇ ਹਥਿਆਰ ਹੈ? ਹਥਿਆਰ ਸੀ ਜਿਹੜੇ ਆਂਦੇ ਵੀ ਮੰਜੀ ਦੇ ਉੱਤੇ ਲੀੜਾ ਪਾ ਕੇ ਸਾਫ਼ ਕਰਕੇ ਰੱਖੇ ਹੋਏ ਸੀ। ਤੇ ਡੈਡੀ ਕਹਿੰਦਾ ਖਲੋ ਜਾ ਤੈਨੂੰ ਦੱਸਦੇ ਆ ਵੀ ਹਥਿਆਰ ਕਿੰਨੇ। ਡੈਡੀ ਨੇ ਉਹਨੂੰ ਫੜਿਆ, ਉਹ ਵੀ 2 ਸਿੰਘਾਂ ਨੇ ਫੜਿਆ ਤੇ ਉਹਦੀ ਲੱਤ ਨੂੰ ਰੱਸਾ ਪਾ ਕੇ ਤੇ ਖੂਹ ਦੇ ਵਿੱਚ ਲਮਕਾਤਾ।
ਉਹਨੂੰ ਜਦੋਂ ਬਾਹਰ ਕੱਢਿਆ ਉਹ ਆਂਦਾ ਮੈਨੂੰ ਬਾਹਰ ਕੱਢੋ ਜੀ। ਤੇ ਡੈਡੀ ਹਰਾਂ ਬਾਹਰ ਕੱਢਿਆ ਜਦੋਂ, ਉਦੋਂ ਬਾਹਰ ਕੱਢ ਕੇ ਆਂਦਾ ਜੀ ਮੇਰੇ ਤੋਂ ਗਲਤੀ ਹੋ ਗਈ, ਮੈਂ ਇਸ ਤੋਂ ਬਾਅਦ ਇੱਥੇ ਨਹੀਂ ਆਊਂਗਾ। ਅੱਜ ਤੋਂ 40 ਸਾਲ ਪਹਿਲਾਂ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪੰਥਕ ਹਲਕਿਆਂ ਦੇ ਵਿੱਚ ਵਿਚਰ ਰਹੇ ਸੀ, ਪੰਜਾਬ ਦੇ ਹੱਕਾਂ ਨੂੰ ਲੈ ਕੇ ਬੇਚੈਨ ਲੋਕ, ਬੇਚੈਨ ਸਿੱਖ ਜਿਹੜੇ ਆ ਉਹ ਬਹੁਤੇ ਉਹ ਜਿਹੜੇ ਜਾਗਰੂਕ ਨਹੀਂ ਸੀ। ਤਾਂ ਕਿਸ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਮਿਲਣ ਤੋਂ ਬਾਅਦ ਇੱਕ ਆਮ ਪੰਜਾਬੀ, ਇੱਕ ਆਮ ਜ਼ਿਮੀਂਦਾਰ ਜਾਂ ਇੱਕ ਸ਼ਰਾਬੀ ਕਬਾਬੀ ਬੰਦਾ ਕਿਸ ਤਰ੍ਹਾਂ ਉਹ ਜੁਝਾਰੂ ਬਣ ਜਾਂਦਾ, ਕਿਸ ਤਰ੍ਹਾਂ ਉਹ ਇੱਕ ਅਜਿਹੇ ਰਾਹ 'ਤੇ ਤੁਰ ਪੈਂਦਾ ਕਿ ਅੱਜ ਉਹਨਾਂ ਦੀ ਜਿਹੜੀ ਕਰਨੀ ਹੈ ਉਹਦੇ ਅੱਗੇ ਸਿਰ ਝੁਕਦਾ। ਅਸੀਂ ਇੱਕ ਅਜਿਹੇ ਹੀ ਇੱਕ ਪਰਿਵਾਰ ਦਾ, ਇੱਕ ਸਿੰਘ ਦਾ ਅੱਜ ਜ਼ਿਕਰ ਕਰਾਂਗੇ। ਸਾਡੇ ਨਾਲ ਭਾਈ ਰਸਾਲ ਸਿੰਘ ਹਰਫ ਕੇ ਸ਼ਹੀਦ ਸਿੰਘ ਦਾ ਪਰਿਵਾਰ ਮੌਜੂਦ ਹੈ, ਉਹਨਾਂ ਦੇ ਬੇਟੇ ਮੌਜੂਦ ਨੇ ਨਿਰਮਲ ਸਿੰਘ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਸਵੀਰ ਜਿਹੜੀ ਹੈ ਉਹ ਨਿਰਮਲ ਸਿੰਘ ਜੀ ਦੇ ਕੋਲੇ ਹੈਗੀ ਹੈ। ਬਹੁਤ ਚਰਚਿਤ ਤਸਵੀਰ ਆ, ਸਿੱਖ ਰਸਾਲਿਆਂ ਦੇ ਵਿੱਚ, ਮੈਗਜ਼ੀਨਾਂ ਦੇ ਵਿੱਚ, ਪ੍ਰਦਰਸ਼ਨੀਆਂ ਦੇ ਵਿੱਚ ਤਸਵੀਰ ਅਸੀਂ ਦੇਖਦੇ ਹਾਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਜੇ ਪਾਸੇ ਅਜੇ ਵੀ ਇੱਕ ਹਿੱਸਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਾਰਤੀ ਫੌਜ ਦੇ ਕੀਤੇ ਹਮਲੇ ਦਾ ਸਬੂਤ ਆ, ਉਹਦੀਆਂ ਜਿਹੜੀਆਂ ਪੌੜੀਆਂ ਹੇਠਾਂ ਨੂੰ ਉਤਰਦੀਆਂ ਉਹ ਪੌੜੀਆਂ ਦੇ ਵਿੱਚ ਖਿੱਚੀ ਗਈ ਤਸਵੀਰ ਆ। ਅਗਲੇ ਪਾਸੇ ਜਿਹੜਾ ਹੈਗਾ ਉਹ ਅਸਾਲਟ ਲਈ ਬੈਠੇ ਭਾਈ ਰਸਾਲ ਸਿੰਘ ਹੈਗੇ ਆ, ਤੇ ਨਾਲ ਜਿਹੜੇ ਪਿੱਛੇ ਸਿੰਘ ਬੈਠਾ ਮੈਗਜ਼ੀਨ ਭਰ ਕੇ ਦੇ ਰਿਹਾ ਉਹ ਸਿੰਘ ਹੈ ਭਾਈ ਜੀਤ ਸਿੰਘ, ਜਿਹੜਾ ਕਿ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਸੀ। ਪਿਛੋਕੜ ਉਹਨਾਂ ਦਾ ਹਿੰਦੂ ਸੀ। ਅੱਜ ਉਹਨਾਂ ਦਾ ਪਰਿਵਾਰ ਵੀ ਅੰਮ੍ਰਿਤਧਾਰੀ ਹੋ ਚੁੱਕਿਆ। ਉਹਨਾਂ ਦਾ ਵੀ ਬਹੁਤ ਜਿਹੜਾ ਕਿ ਕਮਾਲ ਦਾ ਇਤਿਹਾਸ ਹੈ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ। ਤਾਂ ਅੱਜ ਅਸੀਂ ਭਾਈ ਰਸਾਲ ਸਿੰਘ ਦੇ ਨਿਰਮਲ ਸਿੰਘ ਜੀ ਦਾ ਪੁੱਤਰ ਉਹਨਾਂ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ, ਜਿੱਦਾਂ ਮੈਂ ਸਟਾਰਟਿੰਗ 'ਚ ਕੀਤੀ ਕਿ ਗੱਲਬਾਤ 84 ਤੋਂ ਪਹਿਲਾਂ ਪੰਜਾਬ ਦੇ ਲੋਕ ਜਿਹੜਾ ਬੇਚੈਨ ਸਿੱਖ ਸੀ, 47 ਤੋਂ ਬਾਅਦ ਜੋ ਸਿੱਖਾਂ ਨਾਲ ਹੋਇਆ, ਪੰਜਾਬੀ ਸੂਬਾ ਮੋਰਚਾ ਦੇ ਸਮੇਂ ਹੋਇਆ, ਸਿੱਖ ਚਾਹੁੰਦੇ ਤਾਂ ਸੀ ਆਪਣਾ ਹੱਕ ਕਿਤੇ ਨਾ ਕਿਤੇ, ਪਰ ਉਸ ਵਕਤ ਵੀ ਜਿੱਦਾਂ ਹੁਣ ਵੀ ਲਗਾਤਾਰ ਨਸ਼ਿਆਂ ਦੀ ਜਿਹੜੀ ਮਾਰ ਪੈ ਰਹੀ ਹੈ, ਤੇ ਉਦੋਂ ਵੀ ਬਹੁਤ ਸਾਰਾ ਜਿਹੜਾ ਸਾਡਾ ਇਲਾਕਾ ਪੰਜਾਬ ਦਾ ਉਹ ਨਸ਼ਿਆਂ ਦੀ ਮਾਰ ਹੇਠ ਸੀ। ਖਾਸ ਕਰਕੇ ਉਦੋਂ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਲੋਕ ਕਰਦੇ ਸੀ। ਤੁਹਾਡੇ ਪਿਤਾ ਜੀ ਸ਼ਹੀਦ ਭਾਈ ਰਸਾਲ ਸਿੰਘ ਜਿੱਦਾਂ ਉਹ ਇੱਕ ਸ਼ਰਾਬੀ ਕਬਾਬੀ ਸੀ, ਸੰਤ ਜਰਨੈਲ ਸਿੰਘ ਜੀ ਨੂੰ ਕਿਵੇਂ ਮਿਲੇ, ਕਿਸ ਤਰ੍ਹਾਂ ਰਸਾਲ ਸ਼ਰਾਬੀ ਸ਼ਹੀਦ ਭਾਈ ਰਸਾਲ ਸਿੰਘ ਬਣਿਆ? ਉਹ ਜੀ ਇਸ ਤਰ੍ਹਾਂ ਸੀ, ਸਾਡੇ ਡੈਡੀ ਜੀ ਜਿਹੜੇ ਸੀ ਉਹ ਸ਼ਰਾਬ ਪੀਂਦੇ ਹੁੰਦੇ ਸੀ, ਨਸ਼ੇ ਦੇ ਆਦੀ ਸੀ, ਜੋ ਕਿ ਆ ਜਿਹੜਾ ਤੁਸੀਂ ਪੁਲ ਤੋਂ ਆਏ ਜੀ, ਸਾਡੇ ਘਰਾਂ ਨੂੰ ਮੁੜੇ ਜੀ, ਇੱਥੇ ਸੰਤਾਂ ਦੇ ਨਾਲ ਮਿਲਾਪ ਹੋਇਆ ਸੀ ਡੈਡੀ ਜੀ ਦਾ। ਸ਼ਰਾਬ ਪੀਤੀ ਹੋਈ ਸੀ, ਮੀਂਹ ਪੈਂਦਾ ਸੀ ਉਸ ਦਿਨ। ਅੱਛਾ। ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਭਾਈ ਗੁਰਦੇਵ ਸਿੰਘ ਸਮਾਣਵਾਲਾ ਜਿਹੜਾ ਉਹਨਾਂ ਦੇ ਵਿਚੋਲੇ ਸੀ। ਉਸ ਦਿਨ ਗੁਰਦੇਵ ਸਿੰਘ ਨੂੰ ਸਮਾਣਵਾਲੇ ਨੂੰ ਸ਼ਗਨ ਲਾਉਣਾ ਸੀ ਸੰਤਾਂ ਨੇ। ਅੱਛਾ। ਤੇ ਮੀਂਹ ਪੈਂਦਾ ਸੀ ਤੇ ਸੰਤਾਂ ਨੇ ਅਚਾਨਕ ਪੁੱਛ ਲਿਆ ਵੀ ਅਸੀਂ ਸਮਾਣਵਾਲੇ ਨੂੰ ਜਾਣਾ ਹੈ, ਗੁਰਦੇਵ ਸਿੰਘ ਦੇ ਘਰੇ ਵੀ ਉਹ ਰਸਤਾ ਕਿਹੜਾ ਜਾਂਦਾ। ਤੇ ਸੰਤਾਂ ਨੂੰ ਉਹਨਾਂ ਸਾਡੇ ਡੈਡੀ ਨੇ ਕਿਹਾ ਕਿ ਤੁਸੀਂ ਉੱਤੋਂ ਵੱਖਰੀ ਜੰਜ ਬਣਾ ਕੇ 40 ਸਿੰਘ ਤੁਰੇ ਜਾਂਦੇ, ਉੱਤੋਂ ਮੀਂਹ ਪੈਣ ਡਿਆ, ਅਗਲੇ ਨੂੰ ਜਾ ਕੇ ਭੱਜਣਾ ਪਾਓਗੇ। ਅੱਛਾ, ਤੁਹਾਡੇ ਪਿਤਾ ਜੀ ਨੇ ਸੰਤਾਂ ਨੂੰ ਕਿਹਾ? ਸੰਤਾਂ ਨੂੰ ਕਿਹਾ। ਅੱਛਾ। ਤੇ ਸੰਤਾਂ ਨੇ ਸਹਿਜ ਸੁਭਾਅ ਕਿਹਾ ਕਿ ਕੋਈ ਪਤਾ ਨਹੀਂ ਸਿੰਘਾ, ਤੂੰ ਵੀ ਸਾਡੇ ਨਾਲ ਕੱਲ ਨੂੰ ਕਿਆਲਮਾ ਸਿੰਘ ਰਲੇਗਾ। ਅੱਛਾ। ਕਿਆਲਮਾ ਸਿੰਘ ਤੂੰ ਵੀ ਸਾਡੇ ਨਾਲ ਰਲੇਗਾ। ਤੇ ਸੰਤਾਂ ਨੂੰ ਚੰਗਾ ਮਾੜਾ ਬੋਲੇ, ਜੋ ਕਿ ਜਿਗਰ ਭਾਈ ਜਸਵੰਤ ਸਿੰਘ ਕਥਾਵਾਚਕ ਜਿਹੜਾ, ਉਹਨੇ ਵੀ ਮੰਜੀ ਸਾਹਿਬ ਤੋਂ ਜਿਗਰ ਕੀਤਾ। ਹੁਣ ਐਗਤੀ ਵੀ ਅਮਤੇਜ ਸਿੰਘ ਕਥਾਵਾਚਕ ਨੇ, ਉਹਨੇ ਵੀ ਮੰਜੀ ਸਾਹਿਬ ਤੋਂ ਐਗਤੀ ਵੀ ਜਿਗਰ ਉਸੇ ਗੱਲ ਦਾ ਕੀਤਾ। ਅੱਛਾ। ਵੀ ਇਸ ਤਰ੍ਹਾਂ ਸੰਤਾਂ ਦੇ ਨਾਲ ਰਲੇ। ਤਾਂ ਪਹਿਲਾ ਮੇਲ ਜਿਹੜਾ ਭਾਈ ਰਸਾਲ ਸਿੰਘ ਦਾ ਜਿੱਦਾਂ ਇੱਕ ਬਹਾਨਾ ਇਹ ਬਣਿਆ ਵੀ ਸੰਤ ਜਿਹੜੇ ਕਿਹੜੇ ਸਿੰਘਾਂ ਦਾ ਵਿਚੋਲਾ ਸੀ ਸੰਤ ਜੀ? ਇਹ ਭਾਈ ਗੁਰਦੇਵ ਸਿੰਘ ਸਮਾਣਵਾਲਾ, ਉਹ ਵੀ ਸਿੰਘਾਂ ਦੇ ਵਿੱਚ ਸੀ। ਅੱਛਾ, ਉਹ ਵੀ ਖਾੜਕੂ ਸਿੰਘ ਸੀ? ਹਾਂਜੀ, ਖਾੜਕੂ ਸਿੰਘ। ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੀ। ਤੁਹਾਨੂੰ ਉਹ ਪੁਲ ਬੇਸ਼ੱਕ ਹੁਣ ਨਵਾਂ ਬਣ ਗਿਆ, ਪੁਲ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ। ਉੱਥੇ ਸੰਤਾਂ ਦਾ ਜਿਹੜਾ ਜਥਾ ਸੀਗਾ ਲਗਭਗ 40 ਸਿੰਘਾਂ ਦਾ, ਉਹ ਰਸਾਲ ਸਿੰਘ ਨੂੰ ਮਿਲਿਆ। ਰਸਾਲ ਸਿੰਘ ਸ਼ਰਾਬ ਦੇ ਨਸ਼ੇ ਸੀ। ਉਹਨਾਂ ਕਿਹਾ ਵੀ ਕਿੱਧਰ ਤੁਸੀਂ 40 ਬੰਦੇ ਉੱਧਰ ਚੱਲੇ ਜੇ, ਵੱਖਰੀ ਬਰਾਤ ਬਣਾਈ। ਤਾਂ ਸੰਤਾਂ ਦੇ ਸਹਿਜ ਸੁਭਾਅ ਜਿਹੜੇ ਬੋਲ ਸੀ ਵੀ ਤੂੰ ਵੀ 41ਵਾਂ ਇਸ ਜਥੇ ਦਾ ਹੋ ਸਕਦਾ। ਹਾਂ, ਉਹਨਾਂ ਨੂੰ ਉਹ ਸੱਚੇ ਹੋ ਗਏ ਫਿਰ? ਥਾਪੀ ਮਾਰੀ। ਅੱਛਾ। ਸੰਤਾਂ ਨੂੰ ਥਾਪੀ ਮਾਰ ਕੇ ਕਹਿੰਦਾ ਆ ਜੇ ਮੇਰੇ ਨਾਲ ਵੇਖਣਾ ਹੀ ਤੇ। ਅੱਛਾ, ਉਹ ਨਸ਼ੇ 'ਚ ਆਂਦਾ ਤੂੰ ਵੀ ਆਪਦੇ ਆਪ 'ਚ ਬਣਿਆ ਫਿਰਦਾ, ਮੈਂ ਵੀ ਆਪਦੇ ਆਪ 'ਚ ਬਣਿਆ ਫਿਰਦਾ, ਤੂੰ ਵੇਖਣਾ ਤੇ ਆ। ਸੰਤ ਕਹਿੰਦੇ ਅਸੀਂ ਤੇਰੇ ਨਾਲ ਨਹੀਂ ਵੇਖਣਾ। ਕਹਿੰਦਾ ਮੇਰੇ ਨਾਲ ਪੰਜਾ ਲੜਾ ਕੇ ਵੇਖ। ਸੰਤਾਂ ਨੇ ਵਚਨ ਕੀਤਾ ਕਿ ਮੈਂ ਤੇਰੇ ਨਾਲ ਪੰਜਾ ਨਹੀਂ ਲੜਾਉਣਾ, ਪੰਜਾ ਤੇਰੇ ਨਾਲ ਗੁਰੂ ਲੜਾਊਗਾ, ਤੈਨੂੰ ਗੁਰੂ ਸੁਧਾਰੂਗਾ। ਅੱਛਾ। ਤੇ ਉਸ ਦਿਨ ਤੋਂ ਹੀ ਫਿਰ ਉਹ
ਉਸ ਦਿਨ ਰਾਤ ਫਿਰ ਡੈਡੀ ਜੀ ਸੁੱਤੇ ਨਹੀਂ ਗਏ। ਅੱਛਾ ਸੰਤਾਂ ਦਾ ਬਚਨ ਸੀ ਨਾ ਤੈਨੂੰ ਰਲਾਉਣਾ, ਕਿਆਲਮਾ ਸਿੰਘ ਤੂੰ ਵੀ ਰਲੇਗਾ। ਉਸ ਦਿਨ ਸਗਨ ਲੱਗਣਾ ਸੀ, ਉਸ ਤੋਂ ਅਗਲੇ ਦਿਨ ਜੰਨ ਚੜ੍ਹਨੀ ਸੀ। ਉਦਣ ਹੀ ਫਿਰ ਡੈਡੀ ਜੀ ਸੁੱਤੇ ਨਹੀਂ ਰਾਤ ਘਰੇ, ਨਾ ਸਾਡੀ ਮਾਤਾ ਨੂੰ ਸੌਣ ਦਿੱਤਾ, ਨਾ ਸਾਡੀ ਦਾਦੀ ਨੂੰ ਸੌਣ ਦਿੱਤਾ, ਸਾਡੇ ਕਿਸੇ ਪਰਿਵਾਰ ਨੂੰ ਸੌਣ ਨਾ ਦਿੱਤਾ ਵੀ ਮੈਨੂੰ ਪਤਾ ਨਹੀਂ ਕੀ ਹੁੰਦਾ। ਅੱਛਾ ਫਿਰ ਕਹਿੰਦਾ ਕਿ ਇਸ ਤਰ੍ਹਾਂ ਕਰਕੇ ਕੋਈ ਇੱਕ ਸੰਤ ਮਿਲਿਆ ਹੈ ਮੈਨੂੰ ਪੁੱਲ ਤੇ, ਮੈਂ ਉਹਨੂੰ ਚੰਗਾ ਮਾੜਾ ਬੋਲਿਆ ਬਹੁਤ ਜ਼ਿਆਦਾ। ਫਿਰ ਹੌਲੀ ਹੌਲੀ ਪਤਾ ਲੱਗਾ ਕਿ ਉਹ ਸੰਤ ਜਰਨੈਲ ਸਿੰਘ ਸੀ ਜਿਨ੍ਹਾਂ ਨੂੰ ਇਹ ਚੰਗਾ ਮਾੜਾ ਬੋਲੇ। ਫਿਰ ਗੁਰਦਿਆਲ ਸਿੰਘ ਭੈਣੀ ਵਾਲਿਆਂ ਦੇ ਘਰ ਉਹਨਾਂ ਦਾ ਰਹਿਣ ਵਸੇਰਾ ਸੀ, ਰਾਤ ਉੱਥੇ ਰਹਿਣਾ ਸੀ ਉਹਨਾਂ। ਫਿਰ ਇਹ ਡੈਡੀ ਜੀ ਤੜਕੇ ਇਸ਼ਨਾਨ ਕੀਤਾ ਇਹਨਾਂ ਨਾਲ, ਸਾਡੀ ਦਾਦੀ ਨੂੰ ਨਾਲ ਸਾਡੀ ਮਾਤਾ ਨੂੰ ਲੈ ਕੇ ਗਏ ਤੇ ਉੱਥੇ ਸੰਤ ਸੀ ਜਿਹੜੇ ਉਹ ਤੜਕੇ ਜਦੋਂ ਗਏ ਤੇ ਸੰਤ ਪਾਠ ਕਰਨ ਡਏ ਸੀ ਤੇ ਉੱਚੀ ਉੱਚੀ ਜਾ ਕੇ ਰੌਲਾ ਪਾਇਆ। ਗੁਰਦਿਆਲ ਸਿੰਘ ਕਹਿੰਦਾ ਵੀ ਜਿਹੜੇ ਤੁਹਾਡੇ ਘਰ ਸੰਤ ਹੈ ਨਾ ਉਹ ਮੈਨੂੰ ਮਿਲਾਓ, ਮੈਂ ਉਹਨਾਂ ਨੂੰ ਮਿਲਣਾ ਚਾਹਣਾ। ਅੱਛਾ ਸੰਤਾਂ ਨੂੰ ਆਵਾਜ਼ ਦਾ ਪਤਾ ਲੱਗ ਗਿਆ ਤੇ ਸੰਤਾਂ ਨੇ ਆਖਿਆ ਵੀ ਇਹਨੂੰ ਭਾਲੋ ਇੱਥੇ ਹੀ, ਇਹਦੇ ਨਾਲ ਨਿਤਨੇਮ ਤੋਂ ਬਾਅਦ ਚ ਮੈਂ ਭਜਨ ਕਰਦਾ। ਜਦੋਂ ਨਿਤਨੇਮ ਹੋ ਗਿਆ ਉਦੋਂ ਫਿਰ ਸੰਤਾਂ ਨੇ ਕਿਹਾ ਕਿ ਤੂੰ ਉਹਨੂੰ ਬੁਲਾਓ ਜੀ, ਕਿਹੜਾ ਸਿੰਘ ਹੈ। ਤੇ ਸੰਤਾਂ ਦੇ ਢਹਿ ਕੇ ਪੈਰੀ ਪੈ ਗਿਆ, ਆਂਦਾ ਜੀ ਮੇਰੇ ਤੋਂ ਗਲਤੀ ਹੋ ਗਈ ਹੈ, ਮੈਂ ਤੁਹਾਨੂੰ ਚੰਗਾ ਮਾੜਾ ਬੋਲ ਬੈਠਾ ਸ਼ਰਾਬ ਪੀਤੀ ਦੇ ਵਿੱਚ। ਸੰਤ ਕਹਿੰਦੇ, ਸੰਤਾਂ ਨੇ ਚੁੱਕ ਕੇ ਤੇ ਉਹਨੂੰ ਸੀਨੇ ਦੇ ਨਾਲ ਲਾ ਲਿਆ। ਅੱਛਾ ਸੀਨੇ ਦੇ ਨਾਲ ਲਾ ਲਿਆ ਤੇ ਆਂਦੇ ਵੀ ਅਸੀਂ ਤੁਹਾਡੇ ਨਾਲ ਜਾਣਾ ਚਾਹੁੰਦੇ ਹਾਂ। ਸੰਤਾਂ ਨੂੰ ਕਹਿੰਦਾ, ਸੰਤ ਕਹਿੰਦੇ ਨਹੀਂ, ਇਹ ਜਿਹੜਾ ਸਾਡਾ ਪ੍ਰਚਾਰ ਦਾ ਹੈ ਇਹ ਬਹੁਤ ਤਗੜਾ ਪ੍ਰਚਾਰ ਹੈ, ਬਹੁਤ ਦਿਲ ਵਧੀ ਵਾਲਾ ਪ੍ਰਚਾਰ ਸਾਡੇ ਨਾਲ ਕਰ ਸਕਦਾ, ਤੂੰ ਸਾਡੇ ਨਾਲ ਨਹੀਂ ਰਹਿ ਸਕਦਾ। ਉਹ ਆਂਦਾ ਜੀ ਮੈਂ ਨੀਤੀ ਬਣਾ ਕੇ ਆਇਆ ਕਿ ਮੈਂ ਤੁਹਾਡੇ ਨਾਲ ਹੀ ਜਾਣਾ, ਜੋ ਮਰਜ਼ੀ ਹੋ ਜੇ, ਜਿੱਥੇ ਵੀ ਮੇਰੀ ਡਿਊਟੀ ਲਾਓਗੇ ਮੈਂ ਉੱਥੇ ਉਹ ਡਿਊਟੀ ਜਿਹੜੀ ਉਹ ਨਿਭਾਵਾਂ ਕਰਾਂਗਾ। ਉਸ ਤੋਂ ਫਿਰ ਸੰਤਾਂ ਦਾ ਖੜਾ ਹੀ ਉਹਨੇ ਕਰ ਲਿਆ ਕਿ ਮੈਂ ਜਾਣਾ ਹੀ ਜਾਣਾ। ਫਿਰ ਸੰਤਾਂ ਨੇ ਸਿੰਘਾਂ ਨੂੰ ਕਿਹਾ, ਉਸ ਦਿਨ ਜਿੱਦਣ ਸੰਤਾਂ ਦੇ ਨਾਲ ਉੱਥੇ ਗਿਆ ਉਸ ਦਿਨ ਜੰਨ ਚੜ੍ਹਨੀ ਸੀ ਜੀ। ਅੱਛਾ ਜੰਨ ਚੜ੍ਹਨੀ ਸੀ। ਫਿਰ ਸੰਤਾਂ ਨੇ ਚੋਲਾ ਤੇ ਕਛਹਿਰਾ ਮੰਗਾ ਲਿਆ ਸਿੰਘਾਂ ਤੋਂ। ਅੱਛਾ ਤੇ ਚੋਲਾ ਕਛਹਿਰਾ ਅਰਦਾਸ ਕਰਕੇ ਉਹਨੂੰ ਚੋਲਾ ਕਛਹਿਰਾ ਸਾਡੇ ਡੈਡੀ ਜੀ ਨੂੰ ਪਾਤਾ, ਬਾਣਾ ਪਵਾਤਾ। ਤੇ ਉਹ ਕਿਆਲਮਾ ਸਿੰਘ ਜਿਹੜਾ ਸੰਤਾਂ ਦਾ ਬਚਨ ਸੀ ਉਹ ਕਿਆਲਮਾ ਸਿੰਘ ਰਲ ਗਿਆ ਤੇ ਨਾਲ ਜੰਝ ਲੈ ਕੇ ਗਏ ਉਹਨੂੰ। ਕਿਆ ਬਾਤ। ਤਾਂ ਸੰਤਾਂ ਦੀ ਤਕਨੀ ਦੇ ਵਿੱਚ ਇੱਕ ਅਜਿਹੀ ਸ਼ਕਤੀ ਸੀ, ਜਿਹੜਾ ਸੰਤਾਂ ਨੂੰ ਮਿਲ ਲੈਂਦਾ ਸੀ, ਸੰਤਾਂ ਦੇ ਦਰਸ਼ਨ ਕਰ ਲੈਂਦਾ ਸੀ, ਉਹ ਸੰਤਾਂ ਦਾ ਬਣ ਕੇ ਰਹਿ ਜਾਂਦਾ ਸੀਗਾ। ਤਾਂ ਰਸਾਲ ਸ਼ਰਾਬੀ ਆਰਫਕੇ ਵਾਲਾ ਉਹ ਸ਼ਹੀਦ ਭਾਈ ਰਸਾਲ ਸਿੰਘ ਬਣਿਆ। ਕੋਈ ਬਹੁਤ ਪੁਰਾਣੀ ਜਾਂ ਕੋਈ ਯੁੱਗਾਂ ਦੀ ਕਹਾਣੀ ਨਹੀਂ ਗੀ, ਇਹਨਾਂ ਦੀ ਹੱਡ ਬੀਤੀ ਹੈ ਨਿਰਮਲ ਸਿੰਘ ਹੁਣਾਂ ਦੀ। ਇਹਨਾਂ ਦੇ ਪਿਤਾ ਜੀ ਕਿਸ ਤਰ੍ਹਾਂ ਸੰਤ ਜਰਨੈਲ ਸਿੰਘ ਦੇ ਦਰਸ਼ਨ ਕੀਤੇ ਔਰ ਉਹਨਾਂ ਦੇ ਬਣ ਕੇ ਰਹਿ ਗਏ, ਔਰ ਅਗਲੇ ਦਿਨ ਬਰਾਤ ਵੀ ਕਿਆਲੀਵਾਂ ਸਿੰਘ ਬਣ ਕੇ ਚੜੇ ਨਾਲ ਜੀ। ਚੜੇ ਸੰਤ ਜਰਨੈਲ ਸਿੰਘ ਉਹਨਾਂ ਨੂੰ ਬਰਾਤ ਲਗਾਏ। ਬਰਾਤ ਤੋਂ ਬਾਅਦ ਚ ਫਿਰ ਉਹ ਨਾਲ ਮਹਿਤੇ ਲੈ ਗਏ। ਅੱਛਾ ਉੱਥੇ ਫਿਰ ਮਹਿਤੇ ਵੀ ਰਹਿੰਦੇ ਰਹੇ। ਉਸ ਤੋਂ ਬਾਅਦ ਚ ਫਿਰ ਦਰਬਾਰ ਸਾਹਿਬ ਡਿਊਟੀ ਲਾਤੀ ਸੰਤਾਂ ਨੇ ਜੀ ਵੀ ਤੂੰ ਇੱਥੇ ਦਰਬਾਰ ਸਾਹਿਬ ਰਹਿਣਾ। ਕਿਹੜੇ ਸਾਲ ਦੀ ਗੱਲ ਹੈ ਇਹ? ਸਾਲ ਨਹੀਂ ਜੀ, ਮੈਂ ਉਦੋਂ 13-14 ਸਾਲ ਦਾ ਸਾਂ। 84 ਤੋਂ ਅੰਦਾਜ਼ਾ ਕਿੰਨਾ ਚਿਰ ਪਹਿਲਾਂ ਦੀ ਗੱਲ ਹੈ ਜੀ, 2-4 ਸਾਲ ਦੀ ਪਹਿਲੋਂ ਦੀ ਗੱਲ ਹੋਊ। ਅੱਛਾ ਹਾਂਜੀ। ਤਾਂ ਫਿਰ ਰਸਾਲ ਸਿੰਘ ਦੇ ਮੁੰਡੇ ਨਹੀਂ ਕਰੇ? ਨਹੀਂ, ਇਹਨਾਂ ਕੋਲ ਅਸੀਂ ਜਾਂਦੇ ਰਹੇ। ਸਾਡੀ ਮਾਤਾ ਵੀ ਜਾਂਦੀ ਰਹੀ, ਅਸੀਂ ਵੀ ਜਾਂਦੇ ਰਹੇ। ਡੈਡੀ ਜੀ ਘਰੇ ਆ ਜਾਓ, ਉਹ ਕਹਿੰਦੇ ਕਿ ਹੁਣ ਅਸੀਂ ਘਰੇ ਨਹੀਂ ਆਉਣਾ, ਵਾਪਸ ਨਹੀਂ ਆਉਣਾ, ਅਸੀਂ ਇੱਥੇ ਹੀ ਉਮਰਾਵ ਦੀ ਮੈਂ ਸੇਵਾ 'ਚ ਹੀ ਇੱਥੇ ਦਰਬਾਰ ਸਾਹਿਬ ਹੀ ਲਾਉਣੀ, ਜਿਹੜੀ ਸੰਤ ਡਿਊਟੀ ਹੁੰਦੀ ਲਾਉਂਦੇ ਸੀ ਉਹ ਡਿਊਟੀ। ਤੁਸੀਂ ਉਦੋਂ 12-13 ਸਾਲ ਦੀ ਉਮਰ ਸੀ? ਹਾਂਜੀ, 12-13 ਸਾਲ ਦੇ ਬੱਚੇ ਨੂੰ ਤਕਰੀਬਨ ਕਾਫੀ ਸੰਭਾਲ ਹੁੰਦੀ ਆ। ਜਦੋਂ ਘਰੇ ਸੀ ਰਸਾਲ ਸਿੰਘ, ਪਹਿਲਾਂ ਵਾਲਾ ਰਸਾਲ ਸਿੰਘ ਜਿਹੜਾ ਸ਼ਰਾਬ ਵੀ ਪੀਂਦਾ ਸੀ ਔਰ ਮਾੜੇ ਚੰਗੇ ਕੰਮ ਜਿੱਦਾਂ ਆਮ ਬਹੁਤ ਸਾਰੇ ਜ਼ਿਮੀਂਦਾਰ ਪਰਿਵਾਰ ਕਰਦੇ ਆ, ਉਦੋਂ ਵੀ ਹੁਣ ਵੀ ਕਰਦੇ ਕਈ, ਤਾਂ ਉਦੋਂ ਵਾਲੇ ਰਸਾਲ ਸਿੰਘ ਤੇ ਸੰਤਾਂ ਦੀ ਸੰਗਤ ਕਰਨ ਵਾਲੇ ਰਸਾਲ ਸਿੰਘ 'ਚ ਕਿੰਨਾ ਫਰਕ ਸੀ? ਉਹ ਤਾਂ ਫਿਰ ਬਹੁਤ ਜ਼ਿਆਦਾ। ਜਦੋਂ ਸੰਤਾਂ ਦਾ ਬਚਨ ਹੀ ਉਹਨਾਂ ਹੋ ਗਿਆ ਜੀ, ਉਹਨਾਂ ਨੇ ਸੰਤਾਂ ਨੇ ਉਹਨੂੰ ਸੁਧਾਰਤਾ ਜੀ। ਸੰਤਾਂ ਨੂੰ ਉਹਨੇ ਸੁਧਾਰਤਾ, ਸੰਤਾਂ ਨੇ ਉਹਨਾਂ ਨੂੰ ਸੁਧਾਰਤਾ। ਉਹਨਾਂ ਨੇ ਫਿਰ ਇਹੋ ਜਿਹਾ ਜੀਵਨ ਬਣਾਇਆ, ਉੱਥੇ ਨਿਤਨੇਮੀ ਬਣ ਗਏ। ਸੰਤਾਂ ਦੇ ਨਾਲ ਲੱਗ ਕੇ ਅੰਮ੍ਰਿਤ ਛਕ ਲਿਆ। ਸੰਤਾਂ ਨੇ ਅੰਮ੍ਰਿਤ ਆਪ ਛਕਾਇਆ ਉਹਨਾਂ ਨੂੰ। ਅੱਛਾ। ਅੰਮ੍ਰਿਤ ਛਕਾ ਕੇ ਫਿਰ ਉੱਥੇ ਪਾਠ ਵੀ ਸਿਖਾਇਆ ਉਹਨਾਂ ਨੂੰ। ਜ਼ਿਆਦਾ ਨਹੀਂ ਸੀ ਪੜ੍ਹੇ, ਉਹ ਹਿਸਾਬ ਦਾ ਹੀ ਪੜ੍ਹੇ ਸੀ। ਮੂਲ ਮੰਤਰ ਦਾ ਜਾਪ ਕਰਦੇ ਹੁੰਦੇ ਸੀ। ਸੰਤ ਕਹਿੰਦੇ ਸੀ ਤੂੰ ਮੂਲ ਮੰਤਰ ਦਾ ਜਾਪ ਕਰਿਆ ਕਰ ਤੇ ਚੜ੍ਹਦੀ ਕਲਾ ਰਹੂਗੀ। ਅੱਛਾ। ਤੇ ਫਿਰ ਸੰਤਾਂ ਨੇ ਉੱਥੇ ਕਾਲ ਤਖਤ ਤੇ ਜਿੱਥੇ ਗੋਲੀਆਂ ਵੱਜੀਆਂ, ਜਿਹੜੀ ਆ ਤਸਵੀਰ ਤੁਹਾਨੂੰ ਵਿਖਾਈ, ਇਹ ਉੱਥੇ ਫਿਰ ਕਮਰਾ ਦੇ ਦਿੱਤਾ। ਤਾਂ ਉੱਤੇ ਫਿਰ ਉੱਤੇ ਰਹਿੰਦੇ ਸੀ। ਫਿਰ ਸੰਤਾਂ ਨੇ ਡਿਊਟੀ ਲਾਈ ਵੀ ਜਿੰਨੇ ਵੀ ਸਿੰਘ ਰਹਿੰਦੇ ਇੱਥੇ ਉਹਨਾਂ ਨੂੰ ਤੁਸੀਂ ਚੋਲੇ, ਕਛਹਿਰੇ, ਸਾਬਣ ਤੁਹਾਡੀ ਡਿਊਟੀ ਤੁਸੀਂ ਵੰਡਣਾ ਕਰਨਾ। ਅੱਛਾ। ਉੱਥੇ ਫਿਰ ਜਿਹੜੀ ਸੰਤਾਂ ਨੇ ਡਿਊਟੀ ਲਈ ਜਾਂ
4 ਦਿਨੀ ਜਾਂ 5 ਦਿਨੀ ਵੀ ਸਿੰਘਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਭਾਈ ਰਸਾਲ ਸਿੰਘ ਦੀ ਡਿਊਟੀ ਲਾਈ ਵੀ ਤੂੰ ਰਸਾਲ ਸਿੰਘ ਇਹ ਜਿਹੜੀਆਂ ਚੀਜ਼ਾਂ ਤੂੰ ਵੰਡਣੀਆਂ ਕਰਨੀਆਂ। ਅੱਛਾ, ਤਾਂ ਤੁਹਾਡੀ ਆਖਰੀ ਮੁਲਾਕਾਤ ਕੁਝ ਚੇਤਾ ਹੈ? ਤੁਸੀਂ 84 ਤੋਂ ਘੱਲੂਘਾਰਾ ਜੂਨ 84 ਤੋਂ ਪਹਿਲਾਂ ਕਿੰਨਾ ਕੁ ਚਿਰ ਪਹਿਲਾਂ ਮਿਲੇ ਸੀ ਉਹਨਾਂ ਨੂੰ ਜਾਂ ਕਿੱਥੇ ਮਿਲੇ ਸੀ? 84 ਤੋਂ ਬਾਅਦ ਚ ਅਸੀਂ ਕੋਈ ਤਕਰੀਬਨ ਸਾਲ ਜਾਂ 6 ਮਹੀਨੇ ਮਿਲੇ ਹੋਵਾਂਗੇ ਜੀ ਅੱਛਾ। ਉਹਨਾਂ ਨੂੰ ਹੂੰ। ਪਹਿਲੋਂ 84। ਅੱਛਾ, ਮਤਲਬ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਉਦੋਂ ਕਾਫੀ ਚਿਰ ਪਹਿਲਾਂ ਮਿਲੇ ਸੀ? ਹਾਂਜੀ ਹਾਂਜੀ, ਸਾਲ 6 ਮਹੀਨੇ ਦੀ ਗੱਲ ਹੈ ਮਿਲੇ ਹਾਂ। ਹੂੰ ਅਸੀਂ ਬੜਾ ਜ਼ੋਰ ਲਾਉਣਾ ਜੀ ਆਓ ਚੱਲੀਏ। ਹੂੰ ਉਹਨਾਂ ਨੇ ਨਹੀਂ, ਮੈਂ ਸੰਤਾਂ ਨਾਲ ਵਚਨ ਕੀਤਾ ਹੋਇਆ ਹੂੰ ਵੀ ਮੈਂ ਤੁਹਾਡੇ ਨਾਲ ਹੀ ਰਹਾਂਗਾ। ਹੂੰ। ਉਸ ਤੋਂ ਬਾਅਦ ਚ ਤੁਹਾਨੂੰ ਦੱਸਦੇ ਹਾਂ ਹੂੰ ਵੀ ਸੰਤਾਂ ਨੇ ਡਿਊਟੀ ਲਾਈ ਸੀ, ਇੱਕ ਲਹਿਰਾ ਸਿੰਘ ਸੀ। ਹੂੰ ਲਹਿਰਾ ਸਿੰਘ ਸੀ ਤੇ ਉਹਦਾ ਦਾੜਾ ਤੇ ਕੇਸ ਸਿਰ ਦੇ ਹੂੰ ਪਿਸ਼ਾਬ ਕੀਤਾ ਸੀ ਬਿੱਛੂ ਥਾਣੇਦਾਰ ਨੇ। ਅੱਛਾ। ਤੇ ਉਹ ਫਿਰ ਆਂਦਾ ਸੀ, ਉਹ ਥਾਣੇਦਾਰ ਕਹਿੰਦਾ ਕਿ ਲਹਿਰਾ ਸਿੰਘ ਜਾ ਸੰਤਾਂ ਨੂੰ ਦੱਸ ਦੇ ਜੋ ਮੇਰਾ ਕਰਨਾ ਕਰ ਲੈਣ। ਅੱਛਾ ਜੀ। ਤੇ ਸੰਤਾਂ ਦੇ ਕੋਲ ਲਹਿਰਾ ਸਿੰਘ ਗਿਆ ਤੇ ਉਹਨਾਂ ਦੱਸਿਆ ਵੀ ਉਹ ਆਂਦੇ ਆ ਜੋ ਮਰਜ਼ੀ ਕਰ ਲਓ। ਤੇ ਸੰਤਾਂ ਨੇ ਆਖਿਆ ਕੋਈ ਗੱਲ ਨਹੀਂ, ਹੂੰ ਕਰ ਲਾਂਗੇ ਗੱਲ, ਉਹਨਾਂ ਨੂੰ ਸੁਧਾਰ ਲਾਂਗੇ ਉਹਨੂੰ ਵੀ। ਹੂੰ ਫਿਰ ਉਹਦੀ ਸਿੰਘਣੀ ਨੂੰ ਪਤਾ ਲੱਗਾ ਸੀ ਹੂੰ ਬਿੱਛੂ ਥਾਣੇਦਾਰ ਦੀ ਨੂੰ। ਉਹ ਬਿੱਛੂ ਫਿਰ ਦੀ ਉਦੋਂ ਪੋਸਟਿੰਗ ਕਿੱਥੇ ਸੀ? ਉਹ ਇੱਥੇ ਗੁਰੂ ਸਾਹਿਬ ਦਾ ਨਾਮ, ਗੁਰੂ ਸਾਹਿਬ ਥਾਣੇ। ਗੁਰੂ ਅਰਸਾ ਥਾਣੇ ਦੇ ਵਿੱਚ ਥਾਣੇਦਾਰ ਬਿੱਛੂ ਸੀ। ਬੜਾ ਖੜਕੂ ਸੰਘਰਸ਼ ਦੇ ਸਮੇਂ 'ਚ ਉਹਨੇ ਜ਼ੁਲਮ ਕੀਤੇ ਸਿੱਖ ਪਰਿਵਾਰਾਂ ਤੇ। ਹਾਂਜੀ। ਅੱਛਾ, ਤਾਂ ਸੰਤਾਂ ਨੇ ਜਿਹੜਾ ਸਿੰਘ ਦਾ ਦਾੜੇ ਤੇ ਉਹਨੇ ਪਿਸ਼ਾਬ ਕੀਤਾ, ਕੀ ਨਾਮ ਦੱਸਿਆ ਉਹ ਤੁਸੀਂ? ਲਹਿਰਾ ਸਿੰਘ ਜੀ। ਲਹਿਰਾ ਸਿੰਘ। ਹਾਂਜੀ ਠੀਕ ਹੈ, ਉਹਨਾਂ ਤੇ ਤਸ਼ੱਦਦ ਕੀਤਾ ਸੀ ਬਿੱਛੂ ਨੇ? ਹਾਂਜੀ। ਅੱਛਾ ਜੀ। ਤੇ ਆਂਦਾ ਵੀ ਉਹਨੂੰ ਆਂਦਾ ਵੀ ਜਾ ਦੱਸ ਦੇ ਜਾ ਕੇ ਸੰਤਾਂ ਨੂੰ। ਉਹਨੇ ਫਿਰ ਸੰਤਾਂ ਨੂੰ ਦੱਸਿਆ ਹੂੰ ਤੇ ਫਿਰ ਉਹ ਪਤਾ ਨਹੀਂ ਕਿਵੇਂ ਉਹਦੀ ਘਰ ਦੀ ਨੂੰ ਬਿੱਛੂ ਥਾਣੇਦਾਰ ਦੀ ਨੂੰ ਪਤਾ ਲੱਗਾ ਹੂੰ ਕਿ ਇਸ ਤਰ੍ਹਾਂ ਇਹਨੇ ਆਹ ਕੰਮ ਕੀਤਾ ਤੇ ਸੰਤਾਂ ਦੇ ਕੋਲ ਗੱਲ ਗਈ ਚਲੀ। ਹੂੰ ਉਹ ਫਿਰ ਉਹਦੀ ਜਿਹੜੀ ਬਿੱਛੂ ਥਾਣੇਦਾਰ ਦੀ ਘਰ ਦੀ ਸੀ ਉੱਥੇ ਗਈ ਸੰਤਾਂ ਦੇ ਕੋਲ, ਆਂਦੀ ਵੀ ਮੈਂ ਅਜੇ ਲੜਕੀਆਂ ਦੇ ਵਿਆਹ ਕਰਨੇ ਆ ਹੂੰ ਤੇ ਇਹਨੂੰ ਮਾਫੀ ਦੇ ਦਿਓ। ਹੂੰ ਸੰਤਾਂ ਨੇ ਕਿਹਾ ਕਿ ਇਹ ਜਿਹੜੀ ਸਿੱਖੀ ਦਾ ਕੰਮ ਹੈ, ਉਹਨੇ ਸਿੱਖੀ ਦੀ ਬੇਅਦਬੀ ਕੀਤੀ ਹੈ, ਕੇਸਾਂ ਦੀ ਬੇਅਦਬੀ ਕੀਤੀ। ਹੂੰ ਅਸੀਂ ਉਹਨੂੰ ਕਿਸੇ ਵੀ ਤਰ੍ਹਾਂ ਅਸੀਂ ਉਹਨੂੰ ਨਹੀਂ ਛੱਡ ਸਕਦੇ। ਹੂੰ ਪਰ ਜਿਹੜੀਆਂ ਲੜਕੀਆਂ ਹੁੰਦੀਆਂ ਉਹ ਸਾਂਝੀਆਂ ਹੁੰਦੀਆਂ, ਉਹ ਤੇਰੀਆਂ ਵੀ ਲੜਕੀਆਂ ਮੇਰੀਆਂ ਵੀ ਲੜਕੀਆਂ, ਹੂੰ ਤੂੰ ਵਿਆਹ ਕਰ ਲਾ ਅੱਛਾ। ਤੇ ਅਸੀਂ ਉਦੋਂ ਬਦਲਾ ਲਾਂਗੇ ਕੇਸਾਂ ਦਾ। ਹੂੰ ਤੇ ਉਹ ਫਿਰ ਕੁਝ ਸਮਾਂ ਪਿਆ ਤੇ ਪਤਾ ਲੱਗਾ ਕਿ ਉਹ ਲੜਕੀਆਂ ਦੇ ਵਿਆਹ ਹੋ ਗਿਆ। ਅੱਛਾ। ਫਿਰ ਨਾਨਕ ਨਿਵਾਸ ਦੇ ਵਿੱਚ ਸਾਰੇ ਸਿੰਘ ਇਕੱਠੇ ਕੀਤੇ ਸੀ ਹੂੰ ਕਿ ਉਹਨੂੰ ਕਿਹੜਾ ਮਾਰ ਕੇ ਆਵੇਗਾ। ਅੱਛਾ। ਤੇ ਫਿਰ ਅਚਾਨਕ ਹੀ ਸਾਡੇ ਡੈਡੀ ਦੀ ਨਿਗਾਹ ਪੈ ਗਈ ਸੰਤਾਂ ਦੀ ਡਿਊਟੀ ਨਿਗਾਹ ਪੈ ਗਈ ਇਹਦੇ ਤੇ, ਰਸਾਲ ਸਿੰਘ ਦੇ ਸਾਡੇ ਡੈਡੀ ਤੇ। ਅਚਾਨਕ ਹੀ ਅੱਛਾ। ਆਂਦੇ ਵੀ ਇਹਦੀ ਡਿਊਟੀ ਲਾਉਣੀ, ਅੱਛਾ। ਇਹਦੀ ਡਿਊਟੀ ਸਿੰਘਾਂ ਦੇ ਵਿੱਚੋਂ ਲਾਤੀ ਵੀ ਤੂੰ ਉਹਨੂੰ ਸੋਧ ਕੇ ਆਉਣਾ। ਬਿੱਛੂ ਥਾਣੇਦਾਰ ਨੂੰ ਸੋਧਣ ਦੀ ਡਿਊਟੀ ਲੱਗ ਗਈ? ਹਾਂਜੀ, ਡਿਊਟੀ ਲੱਗ ਗਈ। ਫਿਰ ਇਹ ਉੱਥੋਂ ਅਗਲੇ ਦਿਨ ਆ ਗਿਆ ਦਰਬਾਰ ਸਾਹਿਬ ਤੋਂ। ਹੂੰ ਅਗਲੇ ਦਿਨ ਆਣ ਕੇ ਇਹਨੇ ਕਿਸੇ ਨਾਲ ਗੱਲਬਾਤ ਕੀਤੀ। ਇੱਥੇ ਸਾਡੀ ਬੋਰਾਂ ਵਾਲੀ ਬਸਤੀ ਪੈਲੀ ਹੈਗੀ, ਅੱਛਾ। ਉੱਥੇ 2.5 ਕਿੱਲੇ ਪੈਲੀ ਇਹਨੇ ਵੇਚੀ। ਹੂੰ ਉਦੋਂ ਕੋਈ ਇੰਨਾ ਰੇਟ ਨਹੀਂ ਸੀ ਹੁੰਦੇ। ਹੂੰ 2.5 ਕਿੱਲੇ ਪੈਲੀ ਵੇਚੀ। ਫਿਰ ਇੱਕ ਬੁਲਟ ਮੋਟਰਸਾਈਕਲ ਲਿਆ। ਅੱਛਾ। ਇਹ ਕਈ ਗੱਲਾਂ ਮੈਂ ਜਿਹੜੀਆਂ ਨਹੀਂ ਵੀ ਮੈਨੂੰ ਪਤਾ, ਹੂੰ ਉਹ ਮੈਂ ਆਪਦੇ ਸਿਆਣੇ ਜਿਹੜੇ ਪਿੰਡ ਦੇ ਮੋਹਤਬਾਰ ਬੰਦੇ ਆ, ਹੂੰ ਉਹ ਵੀ ਮੈਨੂੰ ਦੱਸਦੇ ਰਹਿੰਦੇ ਆ ਹੂੰ ਵੀ ਤੁਹਾਡੇ ਡੈਡੀ ਨੇ ਇਸ ਤਰ੍ਹਾਂ ਆਹ ਕੁਛ ਕੀਤਾ। ਹੂੰ ਉਹ ਵੀ ਗੱਲਾਂ ਮੈਂ ਕੁਛ ਤੁਹਾਨੂੰ ਦੱਸਦਾ ਵਿੱਚ ਦੱਸੀ ਜਾਣਾ। ਹੂੰ ਤੇ ਫਿਰ ਉਹ ਜਦੋਂ ਪੈਲੀ ਵੇਚਤੀ, ਹੂੰ ਉਹ ਫਿਰ ਤੀਜੇ ਦਿਨ ਇਹਨੂੰ ਉੱਥੇ ਦਾਣਾ ਮੰਡੀ ਦੇ ਵਿੱਚ ਹੂੰ ਸਬਜ਼ੀ ਖਰੀਦਣ ਡਿਆ ਸੀ। ਹੂੰ ਉੱਥੋਂ ਸੀਡੀ ਪਤਾ ਨਹੀਂ ਕਿਵੇਂ ਮਿਲੀ ਕਿਵੇਂ ਨਹੀਂ ਮਿਲੀ, ਬੁਲਟ ਮੋਟਰਸਾਈਕਲ ਲਿਆ। ਬੁਲਟ ਮੋਟਰਸਾਈਕਲ ਇੱਕ ਇਹਨਾਂ ਕੋਲਾਂ ਦੇ ਵਿੱਚ ਸਟੇਨ ਗਨ ਸੀ ਹੂੰ ਤੇ ਇੱਕ ਜਰਨੈਲ ਸਿੰਘ ਬੂਹ ਹੁੰਦਾ ਹੈ। ਹੂੰ ਜਰਨੈਲ ਸਿੰਘ ਬੂਹ ਨੇ ਮੋਟਰਸਾਈਕਲ ਚਲਾਉਂਦਾ ਸੀ ਅੱਛਾ। ਤੇ ਸਿਆਲ ਦਾ ਆਂਦੇ ਉਦੋਂ ਸਮਾਂ ਸੀ। ਇਹਨਾਂ ਨੇ ਬੁੱਕਲਾਂ ਮਾਰੀਆਂ ਹੋਈਆਂ ਸੀ। ਹੂੰ ਆ ਸਤੀਏ ਵਾਲਾ ਮੋੜ ਹੈ ਫਿਰੋਜ਼ਪੁਰ। ਹੂੰ। ਜਦੋਂ ਗਏ ਇੱਥੇ ਕਪੂਰ ਸਿੰਘ ਡੀਐਸਪੀ ਨੇ ਨਾਕਾ ਲਾਇਆ ਹੋਇਆ ਸੀ। ਅੱਛਾ। ਨਾਕਾ ਲਾਇਆ ਸੀ ਤੇ ਰੋਕ ਲਿਆ ਬੁਲਟ ਮੋਟਰਸਾਈਕਲਾਂ ਦੇ। ਰੋਕਿਆ ਜਦੋਂ ਤੇ ਉਹ ਜਰਨੈਲ ਸਿੰਘ ਬੂਹ ਕਹਿੰਦਾ ਕਿ ਸਾਡੇ ਸਿੰਘ ਪਿਛਲੇ ਨੂੰ ਬਹੁਤ ਤੇਜ਼ ਬੁਖਾਰ ਹੈ, ਹੂੰ ਅਸੀਂ ਛੇਤੀ ਜਾਣਾ, ਹੂੰ ਇਹਨੂੰ ਦਵਾਈ ਦਵਾਉਣ ਚੱਲੇ ਹਾਂ। ਹੂੰ ਤੇ ਉਹ ਪੁਲਿਸ ਵਾਲੇ ਆਂਦੇ ਵੀ ਲਿਆਓ ਵਿਖਾਓ ਕਿਹਨੂੰ ਬੁਖਾਰ ਹੈ। ਜਦੋਂ ਇਹਨਾਂ ਬੁੱਕਲ ਖੋਲੀ ਸਾਡੇ ਡੈਡੀ ਨੇ, ਹੂੰ ਉਦੋਂ ਛਟੇਨ ਸੀ। ਅੱਛਾ। ਉਹ ਜਿਹੜਾ ਆਂਦੇ ਵੀ ਜਿਹੜਾ ਜਿਹਨੇ ਖਿਲਾਈ ਤੇ ਉਹ ਉੱਥੇ ਡਿੱਗ ਪਿਆ। ਅੱਛਾ, ਪੁਲਿਸ ਵਾਲਾ? ਹਾਂ, ਪੁਲਿਸ ਵਾਲਾ ਡਿੱਗ ਆਂਦਾ। ਡੀਐਸਪੀ ਸਾਹਿਬ ਨੂੰ ਆਂਦਾ ਜੀ ਇਹਨਾਂ ਨੂੰ ਜਾਣ ਦਿਓ, ਬੜਾ ਤੇਜ਼ ਬੁਖਾਰ ਹੈ, ਇਹ ਦਵਾਈ ਲੈਣ ਜਾ ਰਹੇ। ਅੱਛਾ। ਉਸ ਤੋਂ ਬਾਅਦ ਫਿਰ ਤੁਰੇ ਜਾਂਦੇ ਗਏ, ਜਿਵੇਂ ਸੀਆਈਡੀ ਮਿਲਦੀ ਗਈ ਹੂੰ ਉਵੇਂ ਗੁਰੂ ਸਾਹਿਬ ਦਾਣਾ ਮੰਡੀ ਦੇ ਵਿੱਚ ਪਹੁੰਚ ਗਏ। ਹੂੰ ਉੱਥੇ ਸਬਜ਼ੀ ਖਰੀਦਣ ਡਿਆ ਸੀ, ਨਾਲ ਹੋਰ ਵੀ ਇਹਦੇ ਆਸ-ਪਾਸ ਖਲੋਤੇ ਗਨਮੈਨ। ਹੂੰ ਇਹਨੇ ਫਿਰ ਡੈਡੀ ਨੇ ਬੁਲਟ ਮੋਟਰਸਾਈਕਲ ਆ ਗਿਆ ਦਾ ਵੀ ਇਹਨੂੰ ਸਾਈਡ ਤੇ ਲਾ ਕੇ ਮੋੜ ਲਾ, ਹੂੰ
ਮੋੜ ਲਿਆ ਤੇ ਮੋੜ ਕੇ ਤੇ ਫਿਰ ਜਦੋਂ ਇਹਨੇ ਲਲਕਾਰਾ ਮਾਰਿਆ ਸਾਡੇ ਡੈਡੀ ਨੇ ਕਿ ਅਸੀਂ ਆ ਗਏ ਬਈ ਉਹ ਸਿੰਘ ਦਾ ਬਦਲਾ ਲੈਣ ਕੇਸਾਂ ਦਾ। ਅੱਛਾ। ਇਹਨਾਂ ਆਂਦੇ ਵੀ ਬ੍ਰੈਸਟ ਮਾਰਿਆ, ਉਹਨੂੰ ਨਰਮੇ ਵਾਲੀ ਢੇਰੀ ਤੇ ਸੁੱਟਤਾ ਬਿੱਛੂ ਥਾਣੇਦਾਰ ਨੂੰ। ਫਿਰ ਪੇਟੀ ਤੇ ਰਵਾਲ ਜਿਹੜਾ ਸੀ ਉਹ ਸੰਤਾਂ ਨੂੰ ਲਿਜਾ ਕੇ ਉੱਥੇ ਦਿੱਤਾ ਦਰਬਾਰ ਸਾਹਿਬ। ਅੱਛਾ, ਉਹਦੀ ਪੇਟੀ? ਹਾਂ, ਪੇਟੀ ਤੇ ਰਵਾਲ। ਅੱਛਾ। ਫਿਰ ਸੰਤ ਬੜੇ ਖੁਸ਼ ਹੋਏ, ਆਂਦੇ ਰਸਾਲ ਸਿੰਘ ਤੇਰਾ ਰਹਿੰਦੀ ਦੁਨੀਆ ਤਾਈਂ ਨਾਂ ਜਿਹੜਾ ਉਹ ਚਮਕੇਗਾ। ਅੱਜ ਤੂੰ ਗੁਰਸਿੱਖੀ ਦਾ ਬਦਲਾ ਲਿਆ, ਤੇਰੀ ਰਹਿੰਦੀ ਦੁਨੀਆ ਤਾਈਂ ਤੈਨੂੰ ਦੁਨੀਆ ਯਾਦ ਕਰੂਗੀ। ਅੱਜ ਉਹ ਸਾਡਾ ਪਿੰਡ, ਆਸ-ਪਾਸ ਪਿੰਡਾਂ ਵਾਲੇ ਅੱਜ ਤੱਕ ਯਾਦ ਕਰਦੇ। ਉਹਨੇ ਇਲਾਕੇ ਦੇ ਵਿੱਚ ਕਿਸੇ ਦੇ ਇਲਾਕੇ ਦੇ ਵਿੱਚ ਮਾੜੀ ਨਹੀਂ ਹੋਣ ਦਿੱਤੀ। ਜੇ ਕੋਈ ਕਰਦਾ ਸੀ ਉਹਨੂੰ ਰੋਕਦਾ ਸੀ, ਆਂਦਾ ਮੇਰੇ ਇਲਾਕੇ ਦੇ ਵਿੱਚ ਮਾੜੀ ਨਹੀਂ ਹੋਣੀ ਚਾਹੀਦੀ, ਨਾ ਮੈਂ ਹੋਣ ਦੇਣੀ, ਮੈਂ ਆਪਦੇ ਇਲਾਕੇ ਦੀ ਆਪ ਰਖਵਾਲਾਂ ਜੀ। ਤਾਂ ਇਹ ਭਾਈ ਰਸਾਲ ਸਿੰਘ ਦੇ ਜੀਵਨ ਬਾਰੇ ਅਸੀਂ ਕੁਝ ਹਿੱਸਾ ਸੁਣ ਰਹੇ ਹਾਂ। ਤਾਂ ਇੱਕ ਗੱਲ ਅਸੀਂ ਬੜੀ ਗੌਰ ਨਾਲ ਸੋਚਦੇ ਹਾਂ ਵੀ ਪੰਜਾਬ ਵਿੱਚ ਖਾੜਕੂਵਾਦ ਕਿਵੇਂ ਪੈਦਾ ਹੋਇਆ, ਪੰਜਾਬ ਦੇ ਵਿੱਚ ਜਿਹੜੀ ਹਥਿਆਰਬੰਦ ਲਹਿਰ ਸੀ ਉਹ ਕਿਵੇਂ ਚੱਲੀ। ਸੰਤ ਜਰਨੈਲ ਸਿੰਘ ਜਿਹੜੇ ਦਮਦਮੀ ਟਕਸਾਲ ਦੇ ਬਾਣੀ ਪੜ੍ਹਾਉਣ ਵਾਲੀ ਸੰਸਥਾ, ਜਿਹੜੀ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਲੀ ਸੰਸਥਾ, ਆਖਿਰ ਹਥਿਆਰਾਂ ਵਾਲੇ ਰਾਹ ਕਿਵੇਂ ਤੁਰੀ। ਤਾਂ ਇੱਥੋਂ ਸਾਨੂੰ ਬੜਾ ਸਪਸ਼ਟ ਹੋ ਜਾਂਦਾ ਬਿੱਛੂ ਥਾਣੇਦਾਰ ਵਰਗੇ, ਕੜਿਆਂ ਵਾਲਾ ਸੀਗਾ ਜਾਂ ਸਾਂਸੀ ਸੀਗਾ, ਕੁਝ ਅਜਿਹੇ ਪੁਲਿਸ ਅਫਸਰ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਸਿੱਖ ਪਰਿਵਾਰਾਂ 'ਤੇ। ਤਾਂ ਜਦੋਂ ਉਹ ਜ਼ੁਲਮ ਵਧਿਆ ਉਵੇਂ ਉਵੇਂ ਜ਼ੁਲਮ ਨੂੰ ਰੋਕਣ ਦੇ ਵਾਸਤੇ ਜਿਹੜਾ ਹੈਗਾ ਫਿਰ ਪੰਜਾਬ ਦੇ ਜੰਮਿਆਂ ਨੇ ਸੰਤ ਜਰਨੈਲ ਸਿੰਘ ਜੀ ਦੀ ਜਿਹੜੀ ਹੈਗੀ ਆ ਉਹ ਥਾਪੜੇ ਦੀ ਬਖਸ਼ਿਸ਼ ਸਦਕਾ ਜਿਹੜਾ ਹੈਗਾ ਆਪਣੀਆਂ ਜ਼ਮੀਨਾਂ, ਆਪਣੀ ਜ਼ਿੰਦਗੀ, ਆਪਣੇ ਘਰ-ਬਾਰ ਨਿਸ਼ਾਵਰ ਕਰ ਦਿੱਤੇ। ਤਾਂ ਰਸਾਲ ਸਿੰਘ ਨੇ ਹਥਿਆਰ ਲੈਣ ਦੇ ਵਾਸਤੇ, ਬੁਲਟ ਲੈਣ ਵਾਸਤੇ ਆਪਣੀ ਨਿੱਜੀ ਜ਼ਮੀਨ ਵੇਚੀ। ਹਾਂਜੀ, ਮਾਲਕੀ 2.5 ਕਿੱਲੇ ਪੈਲੀ ਵੇਚੀ। ਅੱਛਾ। 2.5 ਕਿੱਲੇ ਪੈਲੀ ਵੇਚ ਕੇ ਉਹ ਹਥਿਆਰ ਲੈ ਕੇ ਉਹਨੂੰ ਗੱਡੀ ਚੜਾਈ। ਤਾਂ ਬਿੱਛੂ ਥਾਣੇਦਾਰ ਜਾਂ ਹੋਰ ਕਿੰਨਾ ਕੁ ਜ਼ੁਲਮ ਲੋਕਾਂ ਤੇ ਕਰਦੇ ਸੀ ਇਸ ਇਲਾਕੇ ਦੇ ਵਿੱਚ? ਜ਼ੁਲਮ ਆਉਂਦੇ ਸੀ ਬਹੁਤ ਜ਼ਿਆਦਾ, ਉਹ ਕਰਦੇ ਸੀ, ਅੱਧੋ ਜ਼ਿਆਦਾ ਕਰ ਦਿੰਦੇ। ਕਿਹੜੀ ਵਜ੍ਹਾ ਕਰਕੇ ਲੋਕਾਂ ਨੂੰ ਕਿਉਂ ਤੰਗ ਕਰਦੇ ਸੀ? ਉਹ ਤੰਗ ਕਰਦੇ ਸੀ ਆਪਦੀਆਂ ਪਾਵਰਾਂ, ਡਰ ਪਾਉਣਾ ਚਾਹੁੰਦੇ ਸੀ ਲੋਕਾਂ 'ਚ ਪੁਲਿਸ ਦਾ। ਹਾਂ, ਪੁਲਿਸ ਦਾ ਡਰ ਪਾਉਣਾ ਚਾਹੁੰਦੇ ਸੀ, ਆਪਦੀ ਪਾਵਰ ਲੈਣੀ ਚਾਹੁੰਦੇ ਸੀ, ਸਾਨੂੰ ਹੋਰ ਪਾਵਰਾਂ ਮਿਲਣ, ਤਰੱਕੀਆਂ ਕਰਨੀਆਂ ਚਾਹੁੰਦੇ ਸੀ। ਪਰ ਸਿੱਖੀ ਦੇ ਵਿੱਚ ਤਰੱਕੀ ਨਹੀਂ ਸੀ ਉਹਨੂੰ ਲੈਣੀ ਚਾਹੀਦੀ, ਕਿਉਂਕਿ ਸਿੱਖੀ ਸੰਘਰਸ਼ ਚੱਲਦਾ ਹੈ, ਉਹਨੂੰ ਵੀ ਓਨਾ ਹੀ ਸੀ, ਪਰ ਉਹ ਜ਼ੁਲਮ ਕਰਨ ਰਿਹਾ ਪਿਆ ਸਿੱਖੀ 'ਤੇ। ਤਾਂ ਇੱਕ ਮੈਂ ਅੱਗੇ ਜਾਣ ਤੋਂ ਪਹਿਲਾਂ ਇਹ ਜ਼ਰੂਰ ਪੁੱਛਦਾ, ਹਾਲਾਂਕਿ ਅਸੀਂ ਭਾਈ ਰਸਾਲ ਸਿੰਘ ਦੀ ਸ਼ਹੀਦੀ ਬਾਰੇ ਵੀ ਗੱਲਬਾਤ ਕਰਨੀ ਆ, ਪਰਿਵਾਰ ਦੇ ਬਾਅਦ 'ਚ ਹਾਲਾਤ, ਅੱਜ ਅਸੀਂ 2022 'ਚ ਪਹੁੰਚ ਗਏ, 84 ਤੋਂ ਲੈ ਕੇ ਲੰਮਾ ਸਮਾਂ ਆ। ਅਤੇ ਤੁਸੀਂ ਉਦੋਂ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਬਿੱਛੂ ਥਾਣੇਦਾਰ ਨੂੰ ਸੌਦਾ ਲਾਤਾ, ਸਿੱਖ ਰਵਾਇਤਾਂ ਅਨੁਸਾਰ ਗੋਲੀ ਮਾਰ ਦਿੱਤੀ, ਕੁਛ ਚੇਤਾ ਉਦੋਂ ਕਿਵੇਂ ਖਬਰ ਫੈਲੀ ਆਸੇ ਪਾਸੇ? ਕੁਛ ਖਬਰਾਂ ਟੈਲੀਵਿਜ਼ਨ ਅਖਬਾਰਾਂ 'ਚ ਆ ਗਈਆਂ ਜੀ। ਅੱਛਾ। ਵੀ ਆਹ ਕੰਮ ਹੋ ਗਿਆ ਜੀ। ਤੇ ਫਿਰ ਇੱਥੇ ਘੇਰਾ ਪੈ ਗਿਆ ਸਾਡੀ ਬੈਗ ਨੂੰ। ਅੱਛਾ, ਜਿੱਥੇ ਤੁਸੀਂ ਤੁਹਾਡੇ ਢਾਣੀ ਘਰ ਨੂੰ, ਇਹੀ ਘਰ ਸੀ ਉਦੋਂ? ਹਾਂਜੀ, ਇਹੋ ਹੀ। ਇੱਥੇ ਉਦੋਂ ਪੁਰਾਣੇ ਕੋਠੇ ਹੋਣੇ? ਹਾਂਜੀ ਹਾਂਜੀ। ਆਹ ਜਿਹੜੀ ਨਹਿਰ ਹੈ ਸਾਡੀ, ਇੱਥੇ CRP ਇਸ ਵੇਲੇ ਨੂੰ ਲੱਗ ਜਾਂਦੀ, ਸਾਨੂੰ ਲੰਘਣ ਨਹੀਂ ਦਿੰਦੇ ਹੁੰਦੇ। ਜਿਹੜੀ ਪੁਲਿਸ ਸੀ ਉਹਨੇ ਸਾਡੀ ਪਹਿਲੀ ਵੀ ਨਹੀਂ ਵਾਹੁਣ ਦੇਣੀ। ਅੱਛਾ। ਪਹਿਲੀ ਵੀ ਸਾਡੀ ਪਈ ਰਹੀ। ਉਦੋਂ ਦੇ ਅਸੀਂ ਮਤਾੜੇ ਹੋਏ, ਅਜੇ ਤੱਕ ਮਤਾੜੇ ਹੋਏ। ਜੀ ਜੀ। ਤਾਂ ਭਾਈ ਸਾਹਿਬ ਦੀ ਸ਼ਹੀਦੀ ਬਾਰੇ ਵੀ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ? ਜੂਨ 84 'ਚ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ। ਸ਼ਹੀਦੀ ਸਾਨੂੰ ਇਹ ਪਤਾ ਲੱਗਾ ਜੀ, ਇਹ ਜਿਹੜੀ ਤਸਵੀਰ ਹੈ ਨਾ, ਇਸ ਤਸਵੀਰ ਜਿਹੜੀ ਐਡੀ ਜ਼ਬਰਦਸਤ ਤਸਵੀਰ ਹੈ, ਇਹ ਸ਼ਹੀਦੀ ਉੱਥੇ ਹੋ ਚੁੱਕੀ ਇਹਨਾਂ ਦੀ। ਇਹ ਤਾਂ ਤਸਵੀਰ ਜਿਹੜੀ ਇਹ ਜਿਹੜੀ ਤਸਵੀਰ ਹੈ ਨਾ, ਇਹ ਤਸਵੀਰ ਤੋਂ ਸਾਨੂੰ ਅੰਦਾਜ਼ਾ ਕਿ ਉੱਥੇ ਸ਼ਹੀਦ ਹੋ ਗਿਆ। ਬਹੁਤ ਮਤਲਬ ਬਹੁਤ ਥੋੜੇ ਖਾੜਕੂ ਆ ਜਿਨ੍ਹਾਂ ਦੀਆਂ ਜੂਨ 84 ਦੇ ਸਮੇਂ ਤਸਵੀਰਾਂ ਹੈਗੀਆਂ। ਸੰਤ ਜੀ ਤੇ ਮੁੱਖ ਜਥੇਦਾਰ ਹੋਣ ਕਰਕੇ ਉਹਨਾਂ ਦੀਆਂ ਤਸਵੀਰਾਂ ਹੈਗੀਆਂ। ਭਾਈ ਬਾਬਾ ਠਾਰਾ ਸਿੰਘ ਦੀਆਂ, ਭਾਈ ਅਮਰੀਕ ਸਿੰਘ ਜੀ ਦੀਆਂ, ਸ਼ਹੀਦ ਸਾਹਿਬ ਦੀਆਂ ਤਸਵੀਰਾਂ, ਜਨਰਲ ਸਾਹਿਬ ਦੀਆਂ ਤਸਵੀਰਾਂ ਹੈਗੀਆਂ ਨੇ। ਪਰ ਭਾਈ ਰਸਾਲ ਸਿੰਘ ਜੀ, ਭਾਈ ਪਰਮਜੀਤ ਸਿੰਘ ਜਿਹੜੇ ਕਿ ਭਾਈ ਜੀਤ ਸਿੰਘ ਹਿੰਦੂ ਪਰਿਵਾਰ 'ਚੋਂ ਸੀ, ਇਹਨਾਂ ਦੀ ਤਸਵੀਰ ਜਿਹੜੀ ਆ ਉਹ ਅਕਾਲ ਤਖਤ ਸਾਹਿਬ ਦੇ ਸੱਜੇ ਪਾਸੇ ਸੀ। ਉਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ। ਅਕਾਲ ਤਖਤ ਸਾਹਿਬ ਦੇ ਸੱਜੇ ਪਾਸੇ ਜਿਹੜੀ ਡਿਉੜੀ ਹੈ, ਇੱਕ ਦਰਸ਼ਨੀ ਡਿਉੜੀ ਹੈਗੀ ਹੈ, ਸੱਜੇ ਪਾਸੇ ਵਾਲੀ ਜਿਹੜੀ ਬਾਜ਼ਾਰ ਨੂੰ ਬਾਹਰ ਨੂੰ ਰਸਤਾ ਨਿਕਲਦਾ, ਉਹਦੇ ਉੱਪਰਲੇ ਪਾਸੇ ਅਜੇ ਵੀ ਇੱਕ ਵੈਂਟੀ, ਇੱਕ ਗੁੰਬਦ ਜਿਹੜਾ ਉਹ ਜੂਨ 84 ਦੀਆਂ ਗੋਲੀਆਂ ਦੇ ਨਿਸ਼ਾਨ, ਬੰਬਾਂ ਦੇ ਨਿਸ਼ਾਨ ਹੈਗੇ ਆ। ਔਰ ਇਹ ਉਹੀ ਪੌੜੀਆਂ ਜਿੱਥੇ ਜਾ ਕੇ ਅਸੀਂ ਵੀ ਇੱਕ ਵਾਰ ਕਵਰੇਜ ਕਰ ਚੁੱਕੇ ਹਾਂ। ਉਹ ਤਸਵੀਰਾਂ, ਉਹ ਵੀਡੀਓ ਵੀ ਤੁਸੀਂ ਹੁਣ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ। ਤਾਂ ਇਹ ਮਤਲਬ ਉਸ ਤੋਂ ਬਾਅਦ ਇਹਨਾਂ ਬਾਰੇ ਕੁਝ ਪਤਾ ਨਹੀਂ ਲੱਗਿਆ, ਤਾਂ ਉਹ ਜੂਨ 84 ਦੇ ਹੋਏ ਸ਼ਹੀਦਾਂ ਦੇ ਵਿੱਚ ਹੀ ਇਹਨਾਂ ਦੀ ਸ਼ਹੀਦੀ ਹੋਈ ਹੈ। ਹਾਂ, ਇੱਕ ਸਾਨੂੰ ਸ਼੍ਰੋਮਣੀ ਕਮੇਟੀ ਨੇ ਸਰਟੀਫਿਕੇਟ ਦਿੱਤਾ ਸ਼ਹੀਦੀ ਦਾ। ਅੱਛਾ। ਸ਼ਹੀਦੀ ਸਰਟੀਫਿਕੇਟ ਦਿੱਤਾ ਵੀ ਉੱਥੇ 452 ਨੰਬਰ ਤੇ ਨਾਮ ਵੀ ਦਰਜ ਹੈ ਜਾਇਬ ਘਰ ਦੇ ਵਿੱਚ। ਅੱਛਾ। ਉਹ ਇੱਕ ਸਾਨੂੰ ਸ਼ਹੀਦੀ ਸਰਟੀਫਿਕੇਟ ਉਹਨਾਂ ਸ਼੍ਰੋਮਣੀ ਕਮੇਟੀ ਨੇ ਦੇ ਦਿੱਤਾ ਵੀ ਤੁਹਾਡਾ ਡੈਡੀ ਜਿਹੜਾ ਇੱਥੇ ਸ਼ਹੀਦ ਹੋ ਚੁੱਕਾ। ਅੱਛਾ। ਹਾਂਜੀ ਜੀ। ਤਾਂ ਜੂਨ 84 ਦੇ ਵਿੱਚ ਜਿਹੜੇ ਸਿੱਖ ਸ਼ਹੀਦ ਹੋਏ, ਆਖਿਰ ਕੌਣ ਸੀ ਉਹ ਬੰਦੇ ਜਿਹੜੇ ਸੰਤ ਜਰਨੈਲ ਸਿੰਘ ਦੇ ਨਾਲ ਸਿਰ ਧੜ ਦੀ ਬਾਜੀ ਲਾ ਕੇ ਲੜੇ, ਫੌਜ ਦਾ ਮੁਕਾਬਲਾ ਕੀਤਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਆਰ ਖਾਤਰ, ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਤੇ ਹਰਿਮੰਦਰ ਸਾਹਿਬ ਦੇ ਪਿਆਰ ਖਾਤਰ ਜਿਹੜੇ ਸ਼ਹੀਦ ਹੋਏ, ਉਹ ਸਿੱਖ ਕੌਣ ਸੀ, ਹੈ ਨਾ?
ਤਾਂ ਕੌਣ ਸੀ ਉਹ ਸਿੱਖ ਜਿਨ੍ਹਾਂ ਦੇ ਪਰਿਵਾਰਾਂ ਨੇ ਉਸ ਕੁਰਬਾਨੀ ਨੂੰ ਜਿਹੜਾ ਉਹ ਰੱਜ ਕੇ ਉਸ ਤੇ ਮਾਣ ਕੀਤਾ, ਕਦੇ ਵੀ ਉਹ ਕੁਰਬਾਨੀ ਨੂੰ ਜਿਹੜਾ ਅਜਾਈ ਨਹੀਂ ਜਾਣ ਦਿੱਤਾ, ਨਾ ਹੀ ਦਾਗ ਲਾਇਆ। ਭਾਈ ਨਿਰਮਲ ਸਿੰਘ ਵੀ ਉਹਨਾਂ ਪਰਿਵਾਰਾਂ 'ਚੋਂ ਜਿਨ੍ਹਾਂ ਉਹਨਾਂ ਸ਼ਹੀਦਾਂ ਦੇ ਉੱਤੇ ਜਿਹੜੇ ਮਾਣ ਕਰਦੇ ਆ। ਤਾਂ ਇਹ ਸਰਟੀਫਿਕੇਟ ਜਿਹੜਾ ਹੈਗਾ ਉਹ ਸ਼੍ਰੋਮਣੀ ਕਮੇਟੀ ਵੱਲੋਂ ਤੁਹਾਨੂੰ 2005 'ਚ ਦਿੱਤਾ ਗਿਆ ਹੈ। 31/3/2005 ਤਸਦੀਕ ਕੀਤਾ ਜਾਂਦਾ ਹੈ ਕਿ ਰਸਾਲ ਸਿੰਘ ਸਪੁੱਤਰ ਸਰਦਾਰ ਤੇਜਾ ਸਿੰਘ ਪਿੰਡ ਆਰਫ ਕੇ ਜ਼ਿਲ੍ਹਾ ਫਿਰੋਜ਼ਪੁਰ ਦੀ ਸ਼ਹੀਦੀ 4 ਜੂਨ ਤੋਂ 6 ਜੂਨ 1984 ਬਲੂ ਸਟਾਰ ਆਪਰੇਸ਼ਨ ਘੱਲੂ ਘਰਾਦਰੀ 1984 ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਸੀ। ਇਹਨਾਂ ਦੀ ਪਤਨੀ ਬੀਬੀ ਜਸਬੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ 10,000 ਅੱਖਰੀ ਜਿਹੜਾ ਕੇਵਲ ਸਹਾਇਤਾ ਦਿੱਤੀ ਜਾ ਚੁੱਕੀ ਸੀ। ਇਹਨਾਂ ਦਾ ਨਾਮ ਸ਼ਹੀਦੀ ਫੰਡ ਤੇ ਰਿਲੀਫ ਫੰਡ ਦੀ ਪੁਸਤਕ ਦੇ ਪੰਨਾ ਨੰਬਰ 37 ਸੀਰੀਅਲ ਨੰਬਰ 452 ਪਰ ਦਰਜ ਹੈ। ਤਾਂ 2005 ਦੇ ਵਿੱਚ ਬਹੁਤ ਸਾਰੇ ਸ਼ਹੀਦਾਂ ਨੂੰ ਜਿਹੜਾ ਹੈਗਾ, ਬਹੁਤ ਸਾਰੇ ਖਾੜਕੂ ਸਿੰਘਾਂ ਨੂੰ ਸ਼ਹੀਦੀ ਦਾ ਜਿਹੜਾ ਹੈਗਾ ਉਹ ਸਤਿਕਾਰ ਦਿੱਤਾ, ਕਿਉਂਕਿ ਸੰਤ ਜਰਨੈਲ ਸਿੰਘ ਜੀ ਦੀ ਸ਼ਹੀਦੀ ਬਾਰੇ ਵੀ 1984 ਤੋਂ ਲੈ ਕੇ 2004 ਤੱਕ ਇੱਕ ਜਿਹੜਾ ਭਰਮ ਜਾਂ ਇੱਕ ਜਿਹੜਾ ਹੈਗਾ ਉਹ ਸਪਸ਼ਟਤਾ ਨਹੀਂ ਸੀ। 2004 ਤੋਂ ਬਾਅਦ ਜਿਹੜਾ ਸੰਤ ਜਰਨੈਲ ਸਿੰਘ ਜੀ ਦੀ ਜਿਹੜਾ ਹੈਗਾ ਸ਼ਹੀਦੀ ਦਾ ਜਿਹੜਾ ਉਹ ਐਲਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀਤਾ ਗਿਆ ਜੀ। ਤਾਂ ਇਹ ਸਨਮਾਨ ਤੁਹਾਡੇ ਪਰਿਵਾਰ ਨੂੰ ਵੀ ਉਦੋਂ ਦਿੱਤਾ ਗਿਆ ਹੈਗਾ ਨਾ? ਨਹੀਂ, ਇਹ ਬਰਸੀ ਦੇ ਜੀ, ਬਰਸੀ ਦੀਆਂ ਤਸਵੀਰਾਂ ਆਈਆਂ। ਤਾਂ ਹੁਣ ਮੈਂ ਇਹ ਪੁੱਛਣਾ ਚਾਹਣਾ, 1984 ਤੋਂ ਪਹਿਲਾਂ ਤੁਹਾਡੇ ਪਿਤਾ ਜੀ ਨੇ ਜਿਹੜੇ ਵੱਡੀਆਂ ਪਲਾਂਘਾਂ ਪੁੱਟੀਆਂ ਖਾੜਕੂ ਸੰਘਰਸ਼ ਦੇ ਵਿੱਚ, ਉਸ ਤੋਂ ਬਾਅਦ ਪਰਿਵਾਰ ਦੇ ਫਿਰ ਹਾਲਾਤ, ਕਿਉਂਕਿ ਜਿਨ੍ਹਾਂ ਨੇ ਕੁਰਬਾਨੀ ਕਰ ਦਿੱਤੀ ਉਹ ਚਲੇ ਗਏ। ਕੁਝ ਪਰਿਵਾਰ ਤੇ ਅਜਿਹੇ ਸੀ, ਮਾਫੀ ਚਾਹੁੰਦਾ ਮੈਂ ਇਹ ਗੱਲ ਕੈਮਰੇ ਦੇ ਉੱਤੇ ਗੱਲ ਕਰਨਾ, ਬਹੁਤ ਸਾਰੇ ਅਜਿਹੇ ਸੀ ਜਿਨ੍ਹਾਂ ਨੇ ਸਰਕਾਰ ਦੇ ਹੱਥੇ ਹਥਿਆਰ ਸੁੱਟਤੇ ਵੀ ਅਸੀਂ ਸਾਡੇ ਵੱਡਿਆਂ ਨੇ ਗਲਤੀ ਕੀਤੀ ਹੈ, ਜਿਨ੍ਹਾਂ ਨੇ ਰਾਜਸੀ ਲਾਲਚ ਦੇ ਵਿੱਚ ਕਿਤੇ ਨਾ ਕਿਤੇ ਸੌਦੇ ਕਰ ਲਏ, ਕੁਰਸੀਆਂ ਲੈ ਲਈਆਂ, MLA ਮੈਂਬਰੀ, ਸਰਪੰਚੀ, MP, ਕੁਛ ਨਾ ਕੁਛ ਵੀ ਕੀਤਾ। ਬਹੁਤ ਸਾਰੇ ਪਰਿਵਾਰ ਅਜਿਹੇ ਸੀ ਜਿਨ੍ਹਾਂ ਨੇ ਕਿਤੇ ਵੀ ਸਮਝੌਤਾ ਨਹੀਂ ਕੀਤਾ ਔਰ ਉਹਨਾਂ ਦੀ ਸ਼ਹੀਦੀ ਨੂੰ ਰੋਲਿਆ ਨਹੀਂ, ਭਾਵ ਕਿ ਜਿਨ੍ਹਾਂ 'ਚੋਂ ਤੁਸੀਂ ਵੀ ਉਹ ਘਰ ਦੇ ਹਾਲਾਤ ਦੱਸਦੇ ਆ। ਜੇ ਉਹੋ ਜਿਹੀ ਗੱਲ ਹੁੰਦੀ ਤੇ ਇੱਥੇ ਬਹੁਤ ਕਰੋੜੀ ਗੱਡੀਆਂ ਖਲੋਤੀਆਂ ਹੁੰਦੀਆਂ, ਇਹਨਾਂ ਦੀ ਵੇਸ਼ਭੂਸ਼ਾ ਹੋਰ ਹੁੰਦੀ ਹੈ, ਪਰਿਵਾਰਾਂ ਦੇ ਕੋਠੇ ਮਕਾਨ ਜਿਹੜਾ ਹੋਰ ਤਰ੍ਹਾਂ ਦਾ ਹੁੰਦਾ। ਉਸ ਤੋਂ ਬਾਅਦ ਦੇ ਹਾਲਾਤ ਕਿਸ ਤਰ੍ਹਾਂ ਦੇ ਰਹੇ? ਉਸ ਤੋਂ ਬਾਅਦ 'ਚ ਬਹੁਤ ਮਾੜੇ ਹਾਲਾਤ ਹੋ ਰਹੇ। ਸਾਡੀ ਮਾਤਾ ਨੂੰ ਵੀ ਫੜ ਕੇ ਜਾਂਦੇ ਰਹੇ। ਅੱਛਾ। ਪੁਲਿਸ ਮੱਲਾਂ ਵਾਲੇ ਥਾਣੇ। ਅਸੀਂ ਵੀ ਕਦੀ ਇਸ ਵੇਲੇ ਕਦੀ ਕਿਸੇ ਦੇ ਘਰ ਜਾ ਕੇ ਰਾਤ ਰਹਿਣਾ, ਕਦੀ ਕਿਸੇ ਦੇ ਘਰ ਜਾ ਕੇ ਰਹਿਣਾ। ਜਦੋਂ ਮਾਤਾ ਨੂੰ ਫੜ ਕੇ ਲੈ ਜਾਣਾ, ਕਦੀ ਅਸੀਂ ਮੱਲਾਂ ਵਾਲੇ ਆਪਦੇ ਨਾਨਕੇ ਸਾਡੇ। ਜੂਨ 84 ਦੇ ਵਿੱਚ ਤੁਹਾਡੇ ਪਿਤਾ ਜੀ ਸ਼ਹੀਦ ਹੋ ਗਏ, ਉਸ ਤੋਂ ਬਾਅਦ ਫਿਰ ਤੁਹਾਡੇ ਪਰਿਵਾਰ ਦੇ ਖੱਤ ਪੁਲਿਸ ਕਿਉਂ ਪਈ? ਹਾਂਜੀ, ਉਹ ਸ਼ਹੀਦ ਹੋ ਗਏ, ਆਂਦੇ ਵੀ ਸਾਨੂੰ ਵੀ ਤੰਗ ਪਰੇਸ਼ਾਨ ਕਰਨਾ ਹੀ ਸੀ ਉਹਨਾਂ। ਵੀ ਤੁਸੀਂ ਇੱਕ ਸ਼ਹੀਦ ਦਾ ਪਰਿਵਾਰ ਹੋ ਜਿਹਨੇ ਸੰਤ ਜਰਨੈਲ ਸਿੰਘ ਦਾ ਸਾਥ ਦਿੱਤਾ। ਪਹਿਲੋਂ ਵੀ ਕਰਦੇ ਰਹੇ, ਪਹਿਲੋਂ ਵੀ ਬਹੁਤ ਜ਼ਿਆਦਾ ਕਰਦੇ ਰਹੇ। ਮਾਤਾ ਨੂੰ ਫੜ ਕੇ ਲੈ ਜਾਂਦੇ ਰਹੇ। ਅੱਛਾ। ਮਾਤਾ ਨੂੰ ਟੈਰੋਗੇਟ ਵੀ ਕਰਦੀਆਂ ਰਹੀਆਂ ਜਨਾਨੀ ਪੁਲਿਸ ਥਾਣੇ ਜੀ। ਤੇ ਉੱਥੋਂ ਫੜ ਕੇ ਲੈ ਜਾਣਾ, ਉੱਥੇ ਲਿਜਾ ਕੇ ਪੁੱਛਗਿੱਛ ਕਰਨੀ। ਤੇ ਮਾਤਾ ਸਾਡੀ ਨੇ ਆਖਣਾ ਵੀ ਸਾਨੂੰ, ਮੈਨੂੰ ਕੀ ਪਤਾ ਕਿੱਥੇ ਤੇ ਕਿੱਥੇ ਨਹੀਂ, ਜਦੋਂ ਪਤਾ ਹੀ ਨਹੀਂ ਸਾਨੂੰ ਜੀ, ਤੁਸੀਂ ਫਾਲੋ ਜੇ ਫੜੀਂਦਾ। ਤੇ ਜੂਨ 84 ਤੋਂ ਬਾਅਦ ਵੀ ਤੁਹਾਡੇ ਪਰਿਵਾਰ ਨੂੰ ਤੰਗ ਕੀਤਾ। ਤੁਸੀਂ ਕਿੰਨੇ ਭੈਣ ਭਾਈ ਸੀ? ਅਸੀਂ 3 ਭਰਾ, 1 ਭੈਣ। ਅੱਛਾ। ਹਾਂਜੀ। ਤਾਂ ਸਾਰਿਆਂ ਦੇ ਜਿਹੜੇ ਆਨੰਦ ਕਾਰਜ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਹੋਏ ਹੋਣੇ? ਹਾਂਜੀ, ਆਨੰਦ ਕਾਰਜ ਬਾਅਦ 'ਚ ਹੋਏ ਸਾਰਿਆਂ ਦੇ। ਹਾਂਜੀ। ਤੇ ਕੁਝ ਜ਼ਮੀਨ ਤੇ ਤੁਹਾਡੇ ਪਿਤਾ ਜੀ ਨੇ ਖੁਦ ਹੀ ਉਦੋਂ ਬਿੱਛੂ ਨੂੰ ਸੋਧਣ ਵਾਸਤੇ ਬੁਲਟ ਲਿਆ, ਹਥਿਆਰ ਲਏ, ਉਦੋਂ ਵੇਚਦੀ ਸੀ। ਉਸ ਤੋਂ ਬਾਅਦ ਜ਼ਮੀਨ ਕਿੰਨੀ ਰਹਿ ਗਈ ਸੀ ਤੁਹਾਡੀ? ਹੁਣ ਤਾਂ ਸਾਡੇ 2 ਭਰਾਵਾਂ ਕੋਲ 4-5 ਕਿੱਲੇ ਹੈਗੀ ਜੀ। ਅੱਛਾ। ਉਸ ਤੋਂ ਬਾਅਦ ਵੀ ਕੋਈ ਜ਼ਮੀਨ ਵਗੈਰਾ ਫਿਰ ਵੇਚੀ ਤੁਸੀਂ? ਹਾਂਜੀ, ਨਹੀਂ, ਉਸ ਤੋਂ ਬਾਅਦ। ਅੱਛਾ। ਤੁਹਾਡਾ ਆਨੰਦ ਕਾਰਜ ਕਦੋਂ ਹੋਇਆ? ਮੇਰਾ ਆਨੰਦ ਕਾਰਜ ਉਸ ਤੋਂ ਬਾਅਦ 'ਚ ਕੋਈ 84 ਤੋਂ ਬਾਅਦ 'ਚ ਕੋਈ 20 ਕੁ ਸਾਲ ਦੇ ਅੰਦਰ, 24 ਕੁ ਸਾਲ ਦੇ ਅੰਦਰ ਹੋਇਆ। ਅੱਛਾ। 84 ਤੋਂ ਮਤਲਬ 95-96 ਚ ਹੋਇਆ ਉਸ ਤੋਂ ਬਾਅਦ। ਠੀਕ ਹੈ, ਠੀਕ ਹੈ। ਤੇ ਹੁਣ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਹੈਗੇ? ਕਿਉਂਕਿ ਅਸੀਂ ਹੁਣ ਹਾਲਾਤ ਆਪ ਹੀ ਵੇਖ ਲਓ ਜੀ ਤੁਸੀਂ, ਤੁਹਾਨੂੰ ਸਭ ਕੁਝ ਪਤਾ ਹੀ ਲੱਗਣ ਡਿਆ ਜੀ। ਦੱਸਣ ਦੀ ਲੋੜ ਹੀ ਨਹੀਂ, ਦੱਸੀਏ ਤਾਂ ਕੈਮਰੇ 'ਚ ਸਾਰਾ ਕੁਝ ਤੁਸੀਂ ਦਿਖਾ ਰਹੇ ਹੋ, ਵੇਖ ਰਹੇ ਹੋ। ਬੇਸ਼ੱਕ ਜਿਹੜੇ ਸਿੰਘ ਸ਼ਹੀਦ ਹੋਏ ਆ ਉਹ ਕਿਸੇ ਵੀ ਜਿਹੜਾ ਹੈਗਾ ਉਹ ਕਿਸੇ ਮੰਗ ਲਈ ਨਹੀਂ ਹੋਏ, ਪਰਿਵਾਰਕ ਮੰਗ ਲਈ, ਭਾਵ ਕਿ ਉਹ ਨਹੀਂ ਸੀ ਚਾਹੁੰਦੇ ਕਦੇ ਵੀ ਸਾਡੇ ਪਰਿਵਾਰ ਨੂੰ ਤੁਸੀਂ ਆਹ ਦੇ ਦਿਓ, ਪਰਿਵਾਰ ਆਹ ਮੰਗਦੇ ਆ, ਨਹੀਂ। ਉਹਨਾਂ ਨੇ ਕੌਮੀ ਘਰ ਤੇ ਸੰਤ ਜਰਨੈਲ ਸਿੰਘ ਜੀ ਦੇ ਉਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਔਰ ਆਪਣੀ ਜਾਨ ਦੀ ਪਰਵਾਹ ਬਿਨਾਂ ਕੀਤਿਆਂ ਸ਼ਹੀਦੀ ਦਿੱਤੀ ਆ। ਨਾ ਹੀ ਉਹਨਾਂ ਦੇ ਮਾਂ-ਬਾਪ ਨੇ, ਨਾ ਉਹਨਾਂ ਦੇ ਪੁੱਤ ਭਤੀਜਿਆਂ ਨੇ, ਬੱਚਿਆਂ ਨੇ, ਉਹਨਾਂ ਦੇ ਪੁੱਤਰ ਆ, ਇਹਨਾਂ ਦੇ ਪੋਤਰੇ ਵੀ ਇੱਥੇ ਹੈਗੇ ਆ ਭਾਈ ਰਸਾਲ ਸਿੰਘ ਉਹਨਾਂ ਦੇ, ਕਦੇ ਉਹਨਾਂ ਨੇ ਕੋਈ ਮੰਗ ਨਹੀਂ ਕੀਤੀ, ਨਾ ਹੀ ਕਰਨਗੇ। ਪਰ ਕੌਮ ਦਾ ਕੁਝ ਫਰਜ਼ ਹੁੰਦਾ, ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣਾ ਖੂਨ ਦਿੱਤਾ, ਕੁਰਬਾਨੀ ਦਿੱਤੀ ਆ, ਅਸੀਂ ਉਹਨਾਂ ਦੀ ਖਾਤਰ ਕੀ ਕਰ ਰਹੇ? ਤੁਸੀਂ ਕੰਮ ਕੀ ਕਰਦੇ ਹੁਣ? ਮੈਂ ਤਾਂ ਕੜੇ ਕੰਗੇ ਕਿਰਪਾਨਾਂ ਦਾ ਕੰਮ ਕਰਦਾ ਜੀ। ਸਮਾਨ ਜੇ ਤੁਸੀਂ ਵੇਖਣਾ ਵੇਖ ਸਕਦੇ ਹੋ, ਸਾਰਾ ਲਿਆਓ, ਵਿਖਾ ਦਿਓ ਕੈਮਰੇ ਰਾਹੀਂ, ਸਾਰੀਆਂ ਸੰਗਤਾਂ ਵੇਖ ਲੈਣਗੀਆਂ। ਤੁਸੀਂ ਮਤਲਬ ਕਿਰਪਾਨ ਕੰਗੇ ਅਦਕੇ ਮੇਲਿਆਂ ਦੇ ਵਿੱਚ ਜਾਣਾ ਜੀ।
ਮੇਲਿਆਂ 'ਚ। ਹਾਂ ਹੁਣ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਹੁੰਦੀ ਰਹਿੰਦੀ। ਹੂੰ ਜਦੋਂ ਕਿਤੇ ਪ੍ਰੋਗਰਾਮ ਹੁੰਦਾ ਹੈ, ਜੇ ਕਿਤੇ ਠੀਕ ਹੋਈਏ ਚਲੇ ਜਾਈਦਾ। ਹੂੰ ਅੱਛਾ, ਤੁਸੀਂ ਮੇਲਿਆਂ 'ਚ ਮਤਲਬ ਕਕਾਰ ਆਦਿਕ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ? ਹਾਂਜੀ ਹਾਂਜੀ। ਤੁਹਾਡੇ ਮੈਂ ਤੁਹਾਨੂੰ ਪਰਿਵਾਰ 'ਚ ਸਾਰਾ ਅੱਗੇ ਕੁਛ- ਕੌਣ ਕੌਣ ਹੈ? ਮੈਂ ਤੁਹਾਨੂੰ ਸਾਰਾ ਕੁਝ ਕੈਮਰੇ ਰਾਹੀਂ ਵਿਖਾਊਂਗਾ ਜੋ ਮੈਂ ਵੇਚਦਾ। ਤੁਹਾਡੇ ਪਰਿਵਾਰ 'ਚ ਅੱਗੇ ਕੌਣ ਕੌਣ ਹੈ, ਬੱਚੇ ਜਾਂ ਕੁਛ? ਅੱਗੇ 3 ਮੇਰੇ ਲੜਕੇ ਆ। ਜੀ। ਇੱਕ ਲੜਕੀ ਮੈਂ ਵਿਆਹਤੀ, ਇੱਕ ਲੜਕੀ ਮੇਰੀ ਵਿਆਹਣ ਵਾਲੀ। ਅੱਛਾ, ਇੱਕ 2 ਮੈਂ ਧੀਆਂ ਤੇ 3 ਮੇਰੀ- ਪੁੱਤੇ ਤੁਹਾਡੇ? ਮੇਰੀ ਘਰ ਵਾਲੀ। 6 ਪਰਿਵਾਰ ਦੇ ਜੀ ਅਸੀਂ। ਜੀ ਜੀ। ਇੱਕ ਲੜਕੀ ਤਾਂ ਵਿਆਹ। ਕਕਾਰ ਆਦਿਕ ਵੇਚ ਕੇ ਤੁਸੀਂ ਪਰਿਵਾਰ ਦਾ ਗੁਜ਼ਾਰਾ ਕਰਦੇ ਹੋ? ਹਾਂਜੀ, ਕਿਉਂਕਿ ਮਹਿੰਗਾਈ ਬਹੁਤ ਹੈ। ਹੂੰ। ਮਹਿੰਗਾਈ ਦਾ ਸਮਾਂ ਚੱਲ ਰਿਹਾ, ਬੜੇ ਤੰਗੀ ਤੋਸ਼ੀ ਨਾਲ। ਸਿੱਖਾਂ ਦੀਆਂ ਬਹੁਤ ਸਾਰੀਆਂ ਸੰਸਥਾਵਾਂ, ਉਹ ਸੰਸਥਾਵਾਂ ਵੀ ਆ ਜਿਹੜੀਆਂ ਉਸ ਵਕਤ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਨਾਲ ਸੀ। ਹੱਥ ਖੜੇ ਕਰਕੇ ਬਾਹਰ ਆਉਣ ਵਾਲੇ ਵੀ ਹੈਗੇ ਆ, ਸ਼ਹੀਦੀਆਂ ਦੇਣ ਵਾਲੇ ਵੀ ਹੈਗੇ ਆ, ਸ਼ਹੀਦਾਂ ਦੀਆਂ ਸੰਸਥਾਵਾਂ ਵੀ ਹੈਗੀਆਂ ਨੇ, ਰਾਜਸੀ ਵੀ ਹੈ। ਉਹਨਾਂ ਨੇ ਕਦੇ ਪਰਿਵਾਰਾਂ ਦੀ ਮਦਦ ਕੋਈ ਕੀਤੀ ਹੋਵੇ? ਪਰ ਭਾਈ ਸਾਹਿਬ ਜੀ, ਮੈਂ ਨਾ ਆਪਦੇ ਡੈਡੀ ਦੀ ਕੁਰਬਾਨੀ ਹੈ ਨਾ ਜਿਹੜੀ, ਹੂੰ ਉਹਨੂੰ ਮੁੱਖ ਰੱਖਦਾ। ਹੂੰ ਉਹਨੂੰ ਮੁੱਖ ਰੱਖਦਾ ਕਿ ਉਹ ਜੇ ਘਰੇ ਵੀ ਹੁੰਦਾ, ਹੂੰ ਲੋਕਾਂ ਨੇ ਆਖਣਾ ਹੈ ਨਾ ਮਰ ਗਿਆ, ਹੂੰ ਮਰ ਗਿਆ ਹੀ ਆਖਣਾ ਹੈ ਨਾ। ਹੂੰ ਹੁਣ ਸਾਡੇ ਡੈਡੀ ਨੇ ਦਰਬਾਰ ਸਾਹਿਬ ਗੁਰੂ ਰਾਮਦਾਸ ਦੇ ਘਰ ਕੁਰਬਾਨੀ ਦਿੱਤੀ, ਹੂੰ ਬਹੁਤ ਵੱਡੇ ਸਥਾਨ ਤੇ ਕੁਰਬਾਨੀ ਦਿੱਤੀ, ਉਹਨਾਂ ਦਾ ਨਾਂ ਬਣ ਗਿਆ। ਹੂੰ ਨਹੀਂ, ਮੈਂ ਇਹ ਸੰਗਤਾਂ ਨੂੰ ਚਾਹੁੰਦਾ ਹੂੰ ਕਿ ਮੈਂ ਅਜੇ ਵੀ ਕਿਸੇ ਤੋਂ ਕੁਝ ਮੰਗਦਾ ਨਹੀਂ। ਹੂੰ ਭਾਵੇਂ ਮੈਂ ਤੰਗੀ ਤੋਸ਼ੀ ਦੇ ਵਿੱਚ ਆਪਦੇ ਬੱਚੇ ਪਾਲਦਾ, ਪਰ ਮੈਂ ਕਦੀ ਕਿਸੇ ਤੋਂ ਮੰਗਿਆ ਨਹੀਂ ਕੁਝ ਵੀ। ਹੂੰ ਕੋਈ ਸੰਸਥਾ ਮੈਨੂੰ ਕਹਿ ਸਕੇ ਕਿ ਮੈਂ ਕਿਸੇ ਤੋਂ ਕੁਝ ਮੰਗਿਆ, ਮੈਂ ਭਾਵੇਂ ਆਪਦਾ ਜਿਵੇਂ ਮਰਜ਼ੀ ਗੁਜ਼ਾਰਾ ਕਰਾਂ, ਹੂੰ ਮੈਂ ਕਦੀ ਕਿਸੇ ਤੋਂ ਕੁਝ ਮੰਗਦਾ ਨਹੀਂ। ਮੈਂ ਇਹੋ ਕੁਰਬਾਨੀ ਉਹਦੀ ਮੁੱਖ ਰੱਖਦਾ ਵੀ ਉਹਨੇ ਬੜੀ ਵੱਡੀ ਕੁਰਬਾਨੀ ਦਿੱਤੀ ਦਰਬਾਰ ਸਾਹਿਬ। ਪਰ ਸੰਸਥਾਵਾਂ ਦਾ ਵੀ ਆਪਣਾ ਕੁਝ ਫਰਜ਼ ਬਣਦਾ ਹੁੰਦਾ ਨਾ? ਉਹ ਤਾਂ ਉਹਨਾਂ ਦੀ ਤੇ ਡਿਪੈਂਡ ਹੈ ਜੀ, ਆਪਾਂ ਨਹੀਂ ਕਿਸੇ ਤੋਂ ਮੰਗਿਆ, ਉਹਨਾਂ ਦੇ ਡਿਪੈਂਡ ਹੈ। ਜਿਸ ਤਰ੍ਹਾਂ ਪਿਛਲੇ ਦਿਨੀ ਜਥੇਦਾਰ ਦਾ ਬਿਆਨ ਆਇਆ ਜੀ, ਪੰਜਾਬ ਦੇ ਵਿੱਚ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ, ਸਾਡੇ ਬੱਚੇ ਹੋਰ ਧਰਮ 'ਚ ਜਾ ਰਹੇ ਨੇ। ਤੇ ਤੁਹਾਡੇ 5 ਬੱਚੇ ਆ, ਇੱਕ ਧੀ ਤੁਸੀਂ ਵਿਆਹੀ ਹੈ, ਇੱਕ ਵਿਆਹਣ ਵਾਲੀ ਹੈ, ਬੱਚੇ ਤੁਹਾਡੇ ਗੱਭਰੂ ਆ, 11ਵੀਂ 12ਵੀਂ 'ਚ ਪੜ੍ਹਦੇ ਆ। ਕਿਤੇ ਇਹਨਾਂ ਵਾਸਤੇ ਸ਼੍ਰੋਮਣੀ ਕਮੇਟੀ ਨੇ, ਕਿਸੇ ਹੋਰ ਸਿੱਖਾਂ ਦੀ ਸੰਸਥਾ ਨੇ ਕਿਹਾ ਹੋ ਵੀ ਆਹ ਲਓ ਭਾਈ 5-7 ਲੱਖ ਇਹਨਾਂ ਦੀ ਸੋਹਣੀ ਵਿਦਿਆ ਲਓ? ਸ਼੍ਰੋਮਣੀ ਕਮੇਟੀ ਦੀ ਗੱਲ ਜੀ, ਹੂੰ ਸ਼੍ਰੋਮਣੀ ਕਮੇਟੀ ਤੇ ਮੈਂ ਤੁਹਾਨੂੰ ਐਪਲੀਕੇਸ਼ਨਾਂ ਮੇਰੇ ਕੋਲ ਪਈਆਂ ਹੋਈਆਂ, ਹੂੰ ਜਿੰਨੀਆਂ ਮੈਂ ਆਪਦੀ ਨੌਕਰੀ ਬਾਰੇ ਜਾਂ ਬੱਚਿਆਂ ਬਾਰੇ ਦਿੱਤੀਆਂ, ਕਿਸੇ ਨੇ ਮੇਰੀ ਗੱਲ ਨਹੀਂ ਸੁਣੀ। ਮੈਂ ਅਕਾਲ ਤਖਤ ਦੇ ਜਥੇਦਾਰ ਕੋਲ ਵੀ ਗਿਆ, ਹੋਣ ਵਾਲੇ ਕੋਲ ਨਹੀਂ ਗਏ। ਪਹਿਲਾਂ ਕਿੰਨੇ ਜਿਹੜੇ ਪਹਿਲੋਂ ਬੀਬੀ ਜਗੀਰ ਕੋਲ ਵੀ, ਲੌਂਗੋਵਾਲ ਕੋਲ ਵੀ, ਪ੍ਰਧਾਨ? ਇਸ ਤੋਂ ਪਿੱਛੋਂ ਜਿਹੜਾ ਹੁਣ ਚਲਾ ਗਿਆ ਉਹਦੇ ਕੋਲ ਵੀ ਗਏ, ਪਰ ਕਿਸੇ ਨੇ ਕੋਈ ਤੁਸੀਂ ਮੇਰੀ ਮਿਲੇ ਆਪ ਨੌਕਰੀ- ਉਹਨਾਂ ਨੂੰ? ਹਾਂ ਮਿਲੇ। ਕਿਹਨੂੰ ਮਿਲੇ ਸੀ ਤੁਸੀਂ? ਮੈਂ ਲੌਂਗੋਵਾਲ ਨੂੰ ਮਿਲਿਆ। ਗੋਬਿੰਦ ਸਿੰਘ ਮੇਰੀ ਲੌਂਗੋਵਾਲ। ਫਾਈਲ ਜਿਹੜੀ ਸੀ ਹੂੰ। ਉਹ ਥੱਲਿਓਂ ਜਿਹੜੀ ਸੀ ਚਲੀ ਜਾਂਦੀ ਸੀ, ਹੂੰ। ਸਾਰਾ ਕੰਮ ਹੋ ਕੇ ਹੂੰ। ਜਦੋਂ ਪ੍ਰਧਾਨ ਕੋਲ ਜਾਂਦੀ ਸੀ, ਉਹਨਾਂ ਦੇ ਇਹਨਾਂ ਵਾਸਤੇ ਕੋਈ ਨੌਕਰੀ ਨਹੀਂ ਹੈਗੀ। ਅੱਛਾ, ਸ਼ਹੀਦ ਨਹੀਂ, ਪਰਿਵਾਰ ਤੁਸੀਂ ਜਦੋਂ ਲੌਂਗੋਵਾਲ ਗੋਬਿੰਦ ਸਿੰਘ ਨੂੰ ਮਿਲੇ ਤਾਂ ਤੁਸੀਂ ਉਹਨਾਂ ਨੂੰ ਕੀ ਕਿਹਾ ਸੀ? ਉਹਨਾਂ ਨੇ ਰਿਜੈਕਟ ਸਾਡੀ ਫਾਈਲ ਕਰਤੀ ਜੀ, ਅੱਛਾ, ਰਿਜੈਕਟ ਕਰਤੀ। ਤੁਸੀਂ ਉਹਨੂੰ ਦੱਸਿਆ ਵੀ ਮੈਂ ਸ਼ਹੀਦ ਪਰਿਵਾਰ ਤੋਂ? ਹਾਂਜੀ ਦੱਸਿਆ ਜੀ, ਅੱਛਾ। ਸਾਰਾ ਕੁਝ ਉੱਤੇ ਵੇਰਵਾ ਦਿੱਤਾ, ਸਭ ਕੁਝ। ਆ ਫੋਟੋ ਜਿਹੜੀ ਇਹ ਵੀ ਵਿੱਚ ਲਾਈ ਦੀ। ਹੂੰ। ਤਾਂ ਕੀ ਸਿੱਖਾਂ ਦੀ ਸੰਸਥਾ ਦੇ ਕੋਲੇ ਪਹਿਲਾਂ ਵੀ ਮੈਂ ਕਹਿ ਚੁੱਕਿਆ ਔਰ ਉਹਨਾਂ ਨੇ ਆਪਣੇ ਮੂੰਹੋਂ ਵੀ ਕਿਹਾ ਵੀ ਸਾਡੇ ਵਾਸਤੇ ਤੇ ਇਹੀ ਬੜੀ ਵੱਡੀ ਗੱਲ ਆ ਵੀ ਸਾਡੇ ਪਿਤਾ ਜੀ ਸ਼ਹੀਦ ਹੋਏ, ਔਰ ਅੱਜ ਇਹ ਨਹੀਂ ਕੋਈ ਕਹੂਗਾ ਵੀ ਰਸਾਲ, ਮਾਫ ਕਰਨਾ ਸ਼ਬਦ ਵਰਤਣਾ, ਵੀ ਰਸਾਲ ਸ਼ਰਾਬੀ ਮਰ ਗਿਆ। ਜੇ ਕਿਤੇ ਮਾੜੇ ਕਰਮਾਂ ਨੂੰ ਸੰਤ ਜਰਨੈਲ ਸਿੰਘ ਜੀ ਦੇ ਨਾਲ ਰਸਾਲ ਸਿੰਘ ਦਾ ਮੇਲ ਨਾ ਹੁੰਦਾ ਤੇ ਅੱਜ ਇਹ ਕਾਮਜ ਦਾ ਪਿੰਡ ਦੇ ਪੰਜਾਬ ਦੇ ਕੋਈ ਬਜ਼ੁਰਗ ਹੈਗੇ ਆ ਸਾਈਡ ਤੇ ਡੰਗਰਾਂ ਦੇ ਕੋਲੇ ਮੰਜਾ ਡਾਇਆ, ਜਾਂ ਡੰਗਰਾਂ ਕੋਲ ਨਾਮ ਹੀ ਡਾਇਆ ਹੁੰਦਾ, ਅੰਦਰ ਵੀ ਡਾਇਆ ਹੁੰਦਾ, ਤਾਂ ਆਮ ਮੌਤ ਮਰਦੇ। ਪਰ ਰਸਾਲ ਸਿੰਘ ਸ਼ਹੀਦ ਹੋ ਗਿਆ, ਉਹ ਸ਼ਹੀਦ ਜਿਹੜੇ ਸਦਾ ਹੀ ਕੌਮਾਂ ਦਾ ਮਾਣ ਹੁੰਦੇ ਆ। ਤੇ ਕੀ ਕੌਮ ਦੀਆਂ ਸੰਸਥਾਵਾਂ ਨੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ ਫੜੀ? ਕੀ ਕੌਮ ਦੀਆਂ ਸੰਸਥਾਵਾਂ ਨੇ ਇਹਨਾਂ ਸ਼ਹੀਦਾਂ ਦੇ ਟੱਬਰਾਂ ਦਾ ਹਾਲ ਪੁੱਛਿਆ, ਜਿਨ੍ਹਾਂ ਦੇ ਟੱਬਰਾਂ ਨੇ ਕਦੇ ਵੀ ਕੌਮ ਨੂੰ ਦਾਗ ਨਹੀਂ ਲੱਗਣ ਦਿੱਤਾ, ਜਿਨ੍ਹਾਂ ਦੇ ਟੱਬਰ ਅੱਜ ਵੀ ਕੰਘੇ, ਕੜੇ, ਕਛਹਿਰੇ, ਕਿਰਪਾਨਾਂ ਮੇਲਿਆਂ ਦੇ ਵਿੱਚ ਵੇਚ ਕੇ ਆਪਣਾ ਆਰਥਿਕ ਗੁਜ਼ਾਰਾ ਕਰਦੇ ਆ? ਕੌਮਾਂ ਦੀਆਂ ਸੰਸਥਾਵਾਂ ਦਾ ਵੀ ਤਾਂ ਕੁਝ ਫਰਜ਼ ਹੁੰਦਾ ਹੈ ਨਾ। ਤਾਂ ਇਹ ਭਾਈ ਰਸਾਲ ਸਿੰਘ ਦਾ ਪਰਿਵਾਰ ਹੈ ਜਿਹਨਾਂ ਅਸੀਂ ਗੱਲਬਾਤ ਕਰ ਰਹੇ ਹਾਂ। ਬੜੀ ਵੱਡੀ ਕੁਰਬਾਨੀ ਆ ਭਾਈ ਰਸਾਲ ਸਿੰਘ ਉਹਨਾਂ ਦੀ, ਬਹੁਤ ਵੱਡੀ ਕੁਰਬਾਨੀ ਆ। ਤੇ ਅੱਛਾ, ਇਹ ਤੁਸੀਂ ਦਿਖਾ ਦਿਓ, ਇਹ ਤੁਸੀਂ ਸਾਰਾ ਸਮਾਨ ਮੇਲਿਆਂ 'ਚ ਜਾ ਕੇ ਸੇਲ ਕਰਦੇ ਹੋ? ਗਾਤਰੇ, ਕਿਰਪਾਨਾਂ, ਪਟਕੇ, ਇਹਦੇ ਨਾਲ ਇੰਨੇ ਕੁ ਨਾਲ ਪਰਿਵਾਰ ਦਾ ਤਾਂ ਭਾਈ ਸਾਹਿਬ ਗੁਜ਼ਾਰਾ ਔਖਾ ਹੀ ਆ। ਬਾਜ ਆਦਿਕ ਨਾ ਜੀ, ਬਸ ਕੋਈ ਨਹੀਂ, ਛੱਲੇ ਵਗੈਰਾ, ਬਸ ਕੋਈ ਗੱਲ ਨਹੀਂ ਭਾਈ ਸਾਹਿਬ ਜੀ। ਤਾਂ 5 ਬੱਚੇ ਪਾਲਣੇ, ਪਰਿਵਾਰ ਦਾ ਗੁਜ਼ਾਰਾ, ਤੁਸੀਂ ਸ਼ੂਗਰ ਦੇ ਮਰੀਜ਼ ਹੋ, ਇਲਾਜ ਵੀ ਇੰਨੇ ਕੁ ਨਾਲ ਕਾਫੀ ਨਹੀਂਗਾ? ਉਹਦੇ ਤੇ ਭਰੋਸਾ ਰੱਖਿਆ ਜੀ। ਬਿਲਕੁਲ, ਭਰੋਸਾ ਤਾਂ ਸੱਚੇ ਪਾਤਸ਼ਾਹ ਤੇ ਆ, ਪਰ ਫਰਜ਼ ਸਾਡਾ ਬਣਦਾ, ਸਾਡੀਆਂ ਸੰਸਥਾਵਾਂ ਦਾ
ਜਿਹੜੇ ਅੱਜ ਬਹੁਤ ਵੱਡੀਆਂ ਸਟੇਜਾਂ ਦੇ ਉੱਤੇ ਬਹੁਤ ਵੱਡੇ ਵੱਡੇ ਨਾਅਰੇ ਮਾਰਦੇ ਆ ਵੀ ਪੰਥ ਨੂੰ ਖਤਰਾ ਹੈ, ਕੌਮ ਨੂੰ ਬਹੁਤ ਖਤਰਾ ਹੈ। ਕੌਮ ਨੂੰ ਨਹੀਂ ਕੋਈ ਖਤਰਾ ਹੈਗਾ। ਦੇਖੋ ਜਿਨ੍ਹਾਂ ਨੇ ਕੌਮ ਖਾਤਰ ਕੁਰਬਾਨੀਆਂ ਕੀਤੀਆਂ ਤੁਹਾਡੇ ਸਾਹਮਣੇ ਬੜੇ ਜਜ਼ਬੇ ਦੇ ਨਾਲ ਬੈਠੇ ਆ, ਬੜੇ ਹੌਸਲੇ ਨਾਲ ਬੈਠੇ ਆ, ਸੱਚੇ ਪਾਤਸ਼ਾਹ ਦਾ ਆਸਰਾ ਆ। ਤਾਂ ਇਹ ਖੂਹ ਵੀ ਸੀਗਾ, ਉਹ ਭਾਈ ਸਾਹਿਬ ਵੇਲੇ ਦਾ ਹੀ ਖੂਹ ਹੈ। ਹਾਂਜੀ, ਇਹ ਖੂਹ ਜਿਹੜਾ ਇਹ ਸਾਡੇ ਡੈਡੀ ਹਰੀ ਇਹ ਖੂਹ ਵਗਦਾ ਹੁੰਦਾ ਸੀ ਤੇ ਹੁਣ ਤਾਂ ਚਲੋ ਥੋੜਾ ਜਿਹਾ ਬੰਦ ਹੋ ਗਿਆ। ਇਹ CID ਵਾਲੇ ਆਇਆ ਸੀ, CID ਵਾਲਾ ਸਰਕਾਰ ਨੇ ਕਰਾਇਆ ਸੀ ਕਿ CID ਲੈ ਕੇ ਆ ਰਸਾਲ ਸਿੰਘ ਦੀ ਕੀ 82 ਚ ਵੀ ਕੀ ਉੱਥੇ ਹੁੰਦੇ ਆ। ਕਿਸੇ ਨੇ CID ਦਿੱਤੀ ਸੀ ਵੀ ਹਥਿਆਰ ਬਹੁਤ ਜ਼ਿਆਦਾ ਆ। ਮੈਂ ਪਿੰਡ ਦੇ ਲੋਕਾਂ ਨੇ ਮੈਨੂੰ ਦੱਸਿਆ ਵੀ ਇਹ ਜਿਹੜਾ ਖੂਹ ਹੈ ਉਸ ਵਕਤ ਦਾ ਤੁਹਾਡਾ ਡੈਡੀ ਹਰੀ ਵਾਹੁੰਦੇ ਵੀ ਰਹੇ ਨੇ ਬਲਦਾਂ ਦੇ ਨਾਲ, ਤੇ ਦੱਸਿਆ ਵੀ CID ਵਾਲਾ ਜਦੋਂ ਆ ਗਿਆ ਉਹ ਆਂਦਾ ਵੀ ਤੁਹਾਡੇ ਕੋਲ ਕਿੰਨੇ ਹਥਿਆਰ ਸੀ ਜਿਹੜੇ ਆਂਦੇ ਵੀ ਮੰਜੀ ਦੇ ਉੱਤੇ ਲੀੜਾ ਪਾ ਕੇ ਸਾਫ਼ ਕਰਕੇ ਰੱਖੇ ਹੋਏ ਸੀ। ਤੇ ਡੈਡੀ ਕਹਿੰਦਾ ਖਲੋ ਜਾ ਤੈਨੂੰ ਦੱਸਦੇ ਆਂ ਵੀ ਹਥਿਆਰ ਕਿੰਨੇ। ਡੈਡੀ ਨੇ ਉਹਨੂੰ ਫੜਿਆ, ਉਹ ਵੀ 2 ਸਿੰਘਾਂ ਨੇ ਫੜਿਆ ਤੇ ਉਹਦੀ ਲੱਤ ਨੂੰ ਰੱਸਾ ਪਾ ਕੇ ਤੇ ਖੂਹ ਦੇ ਵਿੱਚ ਲਮਕਾਤਾ। ਉਹ ਆਂਦਾ ਉਹਨੂੰ ਜਦੋਂ ਬਾਹਰ ਕੱਢਿਆ, ਉਹ ਆਂਦਾ ਮੈਨੂੰ ਬਾਹਰ ਕੱਢੋ ਜੀ। ਤੇ ਡੈਡੀ ਹਰਾਂ ਬਾਹਰ ਕੱਢਿਆ ਜਦੋਂ, ਉਦੋਂ ਬਾਹਰ ਕੱਢ ਕੇ ਆਂਦਾ ਜੀ ਮੇਰੇ ਤੋਂ ਗਲਤੀ ਹੋ ਗਈ, ਮੈਂ ਇਸ ਤੋਂ ਬਾਅਦ ਇੱਥੇ ਨਹੀਂ ਆਊਂਗਾ, ਅੱਜ ਤੋਂ ਪਿੱਛੇ ਮੈਂ ਨਹੀਂ ਆਊਂਗਾ। ਫਿਰ ਗਲਤੀ ਮੰਨ ਕੇ ਤੇ ਜਦੋਂ ਗਲਤੀ ਮੰਨ ਲਈ ਫਿਰ ਡੈਡੀ ਹਰਾਂ ਛੱਡਤਾ ਜੀ ਉਹਨੂੰ। ਇਹ ਖੂਹ ਦਾ ਇਤਿਹਾਸ ਹੈ ਉਸ ਸਮੇਂ ਦੇ ਵਿੱਚ। ਤਾਂ ਤੁਹਾਡੇ ਪਿਤਾ ਰਸਾਲ ਸਿੰਘ ਦਾ ਮੇਲ ਸੰਤ ਜਰਨੈਲ ਸਿੰਘ ਜੀ ਨਾਲ ਇਹ ਜਗ੍ਹਾ ਤੇ ਹੋਇਆ? ਹਾਂਜੀ, ਇਹ ਪੁਲ ਪੁਰਾਣਾ ਪੁਲ ਹੈ, ਹੁਣ ਥੋੜ੍ਹਾ ਜਿਹਾ ਨਵਾਂ ਬਣਿਆ। ਇੱਥੇ ਸੰਤਾਂ ਦੇ ਨਾਲ ਡੈਡੀ ਦਾ ਮਿਲਾਪ ਹੋਇਆ ਸੀ ਤੇ ਜਦੋਂ ਮਿਲਾਪ ਹੋਇਆ ਸੀ ਉਦੋਂ ਸਾਡੇ ਡੈਡੀ ਨੇ ਸ਼ਰਾਬ ਪੀਤੀ ਹੋਈ ਸੀ, ਸੰਤਾਂ ਨੂੰ ਮਾੜਾ ਚੰਗਾ ਵੀ ਬੋਲੇ ਸੀ ਤੇ ਸੰਤਾਂ ਨੇ ਫਿਰ ਬਚਨ ਵੀ ਛੱਡਿਆ ਸੀ ਕਿ ਕਿਆਲਮਾ ਸਿੰਘ ਤੂੰ ਸਾਡੇ ਨਾਲ ਹੋਵੇਂਗਾ। ਤੇ ਸਾਡੇ ਡੈਡੀ ਨੇ ਕਿਹਾ ਕਿ ਉਦੋਂ ਮੀਂਹ ਪੈਂਦਾ ਸੀ, ਉਦੋਂ ਨਿੱਕਾ ਆਂਦੇ ਵੀ ਤੁਸੀਂ ਉਹਨਾਂ ਦੇ ਘਰ 40 ਸਿੰਘ ਲਈ ਜਾਂਦੇ, ਉੱਤੇ ਜਾ ਕੇ ਭਾਜਣਾ ਪਾਓਗੇ ਤੇ ਮੀਂਹ ਪੈਣ ਡਿਆ। ਤੇ ਸੰਤਾਂ ਨੇ ਅਚਾਨਕ ਕਿਹਾ ਕਿ ਕੋਈ ਪਤਾ ਨਹੀਂ ਕੱਲ੍ਹ ਨੂੰ ਕਿਆਲਮਾ ਸਿੰਘ ਜਿਹੜਾ ਉਹ ਤੂੰ ਸਾਡੇ ਨਾਲ ਰਲੇਂਗਾ। ਪਰ ਉਹ ਸੰਤਾਂ ਦਾ ਜਿਹੜਾ ਬਚਨ ਸੀ ਉਹ ਟੱਲ ਹੋਇਆ ਸੀ। ਤੁਹਾਨੂੰ ਅੱਗੇ ਵੀ ਦੱਸਿਆ ਕਿ ਉਹ ਫਿਰ ਉੱਥੇ ਜਾ ਕੇ ਸੰਤਾਂ ਦੇ ਪੈਰੀ ਪਏ। ਸੰਤ ਜਰਨੈਲ ਸਿੰਘ ਜੀ ਦਾ ਜਥਾ ਜਿਹੜਾ ਉਹ ਅਸਮਾਨ ਵਾਲਾ ਨੂੰ, ਅਸਮਾਨ ਵਾਲਾ ਤੋਂ ਕਿੰਨੀ ਕੁ ਦੂਰ ਹੈ? ਇਹ ਸਿੱਧਾ ਇੱਥੋਂ ਸਿਰਫ 1.5 ਕਿਲੋਮੀਟਰ ਅਸਮਾਨ ਵਾਲਾ ਪਿੰਡ ਹੈ ਜੀ। ਸੰਤਾਂ ਦਾ ਜਥਾ ਪਿੱਛੋਂ ਕਿਧਰੋਂ ਆ ਰਿਹਾ ਸੀ? ਤੁਰ ਕੇ? ਪਿੱਛੋਂ ਮਹਿਤੇ ਤੋਂ ਆ ਰਿਹਾ ਸੀ ਜੀ। ਬੱਸ ਸੀ ਜੀ, ਬੱਸ ਜਥੇ ਵਾਲੀ ਬੱਸ ਸੀ, 40 ਸਿੰਘਾਂ ਦੀ ਜਥੇ ਵਾਲੀ ਬੱਸ ਸੀ। ਜਥੇ ਵਾਲੀ ਬੱਸ ਉੱਧਰ ਡੱਕੀ ਸੀ, ਡੈਡੀ ਇੱਧਰ ਤੁਰੇ ਜਾਂਦੇ ਸੀ ਘਰ ਨੂੰ। ਸ਼ਰਾਬ ਪੀਤੀ ਹੋਈ ਸੀ, ਬਹੁਤ ਚੰਗਾ ਮਾੜਾ ਬੋਲੇ, ਗਾਲਾਂ ਵੀ ਕੱਢੀਆਂ, ਥਾਪੀ ਵੀ ਮਾਰੀ। ਉਹ ਤੁਹਾਨੂੰ ਅੱਗੇ ਦੱਸਿਆ, ਜਿਗਰ ਤੁਸੀਂ ਸੁਣ ਵੀ ਸਕਦੇ ਹੋ, ਤੁਹਾਨੂੰ ਪਾ ਦਾਂਗੇ। ਮੰਜੀ ਸਾਹਿਬ ਤੋਂ ਕਥਾ ਹੋਈ ਜਸਵੰਤ ਸਿੰਘ ਨੇ ਕੀਤੀ ਸੀ। ਤੁਹਾਡੀ ਢਾਣੀ ਇੱਥੋਂ ਪੁਲ ਤੋਂ ਕਿੰਨੀ ਕੁ ਦੂਰ ਸੀ? ਇੱਥੋਂ ਆ ਸਾਹਮਣੇ ਜੀ ਸਿਰਫ ਅੱਧਾ ਕਿਲੋਮੀਟਰ ਬਣੀ ਗਈ ਸਾਡੀ ਇਹ ਢਾਣੀ ਆ ਸਾਹਮਣੇ ਦੀਦੀ ਪਈ ਇਸ ਪੁਲ ਤੋਂ। ਤੇ ਜਿਹੜੀ ਜ਼ਮੀਨ ਫਿਰ ਤੁਹਾਡੇ ਪਿਤਾ ਜੀ ਨੇ ਜਦੋਂ ਉਹ ਬਿੱਛੂ ਥਾਣੇਦਾਰ ਨੂੰ ਸੋਧਣਾ ਸੀ, ਬੁਲਟ ਵਗੈਰਾ ਲਿਆ, ਉਹ ਵੇਚੀ, ਉਹ ਕਿੱਥੇ ਸੀ? ਉਹ ਇੱਥੋਂ ਸਿਰਫ 2 ਕਿਲੋਮੀਟਰ ਹੈ ਜੀ, 1.5-2 ਕਿਲੋਮੀਟਰ ਹੈਗੀ ਬੋਰਾਂ ਵਾਲੀ ਬਸਤੀ। ਉੱਥੋਂ ਵੇਚੀ, ਆਪਦੀ ਮਾਲਕੀ ਵੇਚੀ। ਹਾਂਜੀ, ਕਿਸੇ ਨੂੰ ਵੇਚੀ, ਉੱਥੇ ਉਹਨੂੰ ਤਿਆਰ ਕੀਤਾ, ਪਹਿਲੋਂ ਕਿਸੇ ਨੂੰ ਲੱਭਿਆ ਵੀ ਤੂੰ ਪਹਿਲੀ ਲੈ। ਤੀਜੇ ਦਿਨ ਦੇ ਵਿੱਚ ਸਾਰਾ ਜਿਹੜਾ ਕਾਰੋਬਾਰ ਸੀ ਉਹ ਕੀਤਾ ਤੀਜੇ ਦਿਨ ਦੇ ਵਿੱਚ। ਹਾਂਜੀ, ਜੋ ਵੀ ਕਰਨਾ ਸੀ ਸੰਤਾਂ ਨੇ ਜਿਹੜੀ ਡਿਊਟੀ ਲਾਈ ਸੀ ਉਹਨੂੰ ਮਾਰਨ ਵਾਸਤੇ ਉਹ ਨਿਭਾਈ ਜੀ। ਤਾਂ ਇਹ ਪੁਲ ਜਿਹੜਾ ਹੈਗਾ ਉਹ ਵੀ ਇਤਿਹਾਸਕ ਆ। ਇਹ ਉਦੋਂ ਪੁਰਾਣੀ ਜਿਹੜੀ ਹੈਗੀ ਹੈ ਨਹਿਰ ਆ, ਉਦੋਂ ਕੱਚਾ ਹੁੰਦਾ ਸੀ ਪੁਲ, ਕੱਚਾ ਹੀ ਰੋਡ ਸੀ, ਕੱਚਾ ਹੀ ਪੁਲ ਸੀਗਾ। ਇੱਥੇ ਸੰਤਾਂ ਦੇ ਨਾਲ ਜਿਹੜਾ ਰਸਾਲ ਸਿੰਘ ਦਾ ਮੇਲ ਹੋਇਆ ਸੀਗਾ। ਬਹੁਤ ਸਾਰੇ ਪਰਿਵਾਰ RFK ਦੇ ਹੋਰ ਵੀ ਆ ਜਿਨ੍ਹਾਂ ਦੇ ਖਾੜਕੂ ਸੰਘਰਸ਼ ਦੇ ਵਿੱਚ ਸ਼ਹੀਦੀਆਂ ਦਿੱਤੀਆਂ। ਬਹੁਤ ਸਾਰੇ ਪਰਿਵਾਰ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ। ਤਾਂ ਇਹ ਪਰਿਵਾਰ ਜਿਨ੍ਹਾਂ ਨੇ ਕੌਮ ਖਾਤਰ ਕੁਰਬਾਨੀ ਕੀਤੀ, ਉਹਨਾਂ ਦੇ ਹਾਲਾਤ, ਔਰ ਉਹ ਬਿੱਛੂ ਥਾਣੇਦਾਰ ਵਰਗਿਆਂ ਨੂੰ ਵੰਗਾਰ ਕੇ ਸੋਧਣ ਵਾਲੇ ਭਾਈ ਰਸਾਲ ਸਿੰਘ ਹੋਣੀ, ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਤੁਹਾਨੂੰ ਮਿਲਾਇਆ, ਪਰਿਵਾਰ ਦੇ ਬਾਰੇ ਗੱਲਬਾਤ ਕੀਤੀ। ਬੱਚੇ ਪੜ੍ਹਦੇ ਆ ਤੁਹਾਡੇ? ਹਾਂਜੀ, ਬੱਚੇ ਪੜ੍ਹਦੇ ਆ ਸਰਕਾਰੀ ਸਕੂਲ। ਅੱਛਾ, ਹਾਂਜੀ। ਤਿੰਨੇ ਭਚੰਗੀ ਕਿਹੜੀ ਕਲਾਸ 'ਚ ਪੜ੍ਹਦੇ? ਇਹ ਦੋ ਤਾਂ, ਇੱਕ ਤਾਂ 12ਵੀਂ 'ਚ ਹੋ ਗਿਆ ਜੀ, 2 11ਵੀਂ 'ਚ ਜੀ। ਸਰਕਾਰੀ ਸਕੂਲ 'ਚ ਪੜ੍ਹਦੇ? ਸਰਕਾਰੀ। ਕਿਹੜੀ ਜਗ੍ਹਾ? ਸਰਕਾਰੀ ਤੁਹਾਨੂੰ ਪਤਾ ਵੀ ਜਦੋਂ ਆਪਾਂ ਪ੍ਰਾਈਵੇਟ ਪੜ੍ਹਾ ਨਹੀਂ ਸਕਦੇ। ਕਿਹੜੀ ਜਗ੍ਹਾ ਤੇ ਪੜ੍ਹਦੇ? ਇੱਥੇ RFK ਜੀ। RFK ਪੜ੍ਹਦੇ। ਤੇ ਬੱਚੀਆਂ ਤੁਹਾਡੀਆਂ? ਬੱਚੀ ਮੇਰੀ ਨੇ 12 ਕੀਤੀਆਂ ਜੀ, ਦੋਨੇ 12 ਕੀਤੀਆਂ, ਇੱਕ ਲੜਕੀ ਵਿਆਹ ਤੀ। ਅੱਗੇ ਨਹੀਂ ਪੜ੍ਹ ਰਹੀ? ਨਹੀਂ, ਅੱਗੇ ਨਹੀਂ ਜੀ। ਤਾਂ ਇਹ ਮੈਂ ਸ਼੍ਰੋਮਣੀ ਕਮੇਟੀ ਬਦਲ ਹੋਰ ਗੱਲ ਕਰਨੀ ਚਾਹੁੰਦਾ ਜੀ। ਅਸੀਂ ਇੱਥੇ ਦਰਬਾਰ ਸਾਹਿਬ ਗਏ। ਆ ਜਿਹੜੀ ਤਸਵੀਰ ਸੀ ਨਾ, ਇਹ ਮੇਰੇ ਕੋਲ ਸੀ ਉਦੋਂ। ਅੱਛਾ। ਉਦੋਂ ਰਾਤ ਦੇ 10 ਵਜੇ। ਇਹ? ਹਾਂਜੀ, ਰਾਤ ਦੇ 10 ਵਜੇ ਮੈਂ ਉੱਥੇ ਸ਼ਹੀਦੀ ਬਾਬਾ ਦੀਪ ਸਿੰਘ ਸਰਾਂ ਇੱਧਰਲੇ ਬੰਨੇ ਹੈਗੀ ਨਾ, ਉੱਥੇ ਅਸੀਂ ਗਏ ਤੇ ਇੱਕ ਹੋਰ ਸੀ ਮੇਰੇ ਨਾਲ ਸਿੰਘ। ਅਸੀਂ ਰਾਤ ਪੈ ਗਈ
ਹੂੰ ਇੱਥੇ ਰਹਿ ਪੈਂਦੇ ਆ। ਹੂੰ ਰਹਿ ਪੈਂਦੇ ਜਦੋਂ ਅਸੀਂ ਅੰਦਰ ਗਏ ਸਰਾਂ ਦੇ ਵਿੱਚ, ਹੂੰ ਉਹਨਾਂ ਆਖਿਆ ਵੀ ਸਾਨੂੰ ਕਮਰਾ ਦਿਓ, ਹੂੰ ਕਮਰਾ ਦਿਓ। ਇਹ ਕੋਈ ਥੋੜੇ ਚਿਰ ਦੀ ਗੱਲ ਹੈ, ਕੋਈ ਜ਼ਿਆਦਾ ਚਿਰ ਦੀ ਗੱਲ ਨਹੀਂ। ਹੂੰ 2 ਮਹੀਨੇ 1.5 ਮਹੀਨੇ ਦੀ ਗੱਲ ਹੈ ਸਿਰਫ ਹੀ? ਸਿਰਫ ਹੀ। ਅੱਛਾ। ਉਹ ਆਂਦੇ ਵੀ ਰੁਪਈਆ 500 ਜਮ੍ਹਾਂ ਕਰਾਓ। ਸਾਡੇ ਕੋਲ ਪੈਸੇ ਨਹੀਂ ਹੈਗੇ, ਹੂੰ। ਸਾਡੇ ਕੋਲ ਸਿਰਫ ਰੁਪਈਆ 200 ਹੀ, ਉਹ ਵੀ ਅਸੀਂ ਸਵੇਰੇ ਮੋਟਰਸਾਈਕਲ ਦੇ ਵਿੱਚ ਤੇਲ ਪਵਾ ਕੇ ਉੱਥੋਂ ਆਉਣਾ ਸੀ। ਅੱਛਾ। ਉੱਥੇ ਕੋਈ ਸਾਨੂੰ ਕੰਮ ਸੀ ਦਰਬਾਰ ਸਾਹਿਬ, ਹੂੰ। ਮੱਥਾ ਟੇਕਣ ਗਏ ਹੂੰ ਤੇ ਉਹਦੇ ਰੁਪਈਆ 500 ਕੱਢੋ। ਹੂੰ ਮੈਂ ਉਹਨੂੰ ਆਖਿਆ ਭਾਈ ਸਾਹਿਬ ਜੀ ਅਸੀਂ ਸ਼ਹੀਦ ਪਰਿਵਾਰ ਹਾਂ, ਹੂੰ। ਸਾਡੇ ਡੈਡੀ ਨੇ ਦਰਬਾਰ ਸਾਹਿਬ ਕੁਰਬਾਨੀ ਦਿੱਤੀ ਏ ਤੇ ਸਾਡੇ ਕੋਲ ਪੈਸੇ ਨਹੀਂ ਹੈਗੇ, ਸਿਰਫ ਸਾਡੇ ਕੋਲ 200 ਰੁਪਈਆ। ਹੂੰ ਆਂਦੇ ਫਿਰ ਅਸੀਂ ਤੁਹਾਨੂੰ ਕਮਰਾ ਨਹੀਂ ਦੇ ਸਕਦੇ, ਤੁਹਾਨੂੰ ਅਸੀਂ ਕਮਰਾ ਨਹੀਂ ਦੇ ਸਕਦੇ, ਜੇ ਪੈਸੇ ਤੁਸੀਂ ਜਮ੍ਹਾਂ ਕਰਾਓ ਹੂੰ ਫਿਰ ਤੁਹਾਨੂੰ ਅਸੀਂ ਕਮਰਾ ਦੇ ਸਕਦੇ, ਨਹੀਂ ਤੇ ਅਸੀਂ ਤੁਹਾਨੂੰ ਕਮਰਾ ਨਹੀਂ ਦੇ ਸਕਦੇ। ਵੀ ਇੰਨੀ ਸਾਡੀ ਉੱਥੇ ਦੁਰਦੁਸ਼ਾਹੀ ਤੇ ਸਾਨੂੰ ਅਸੀਂ ਉੱਥੇ ਬਾਹਰ ਸੁੱਤੇ ਅਸੀਂ, ਸਾਨੂੰ ਕਮਰਾ ਨਹੀਂ ਦਿੱਤਾ। ਆਹ ਤਸਵੀਰ ਵਿਖਾਈ ਨਾਲੇ, ਅੱਛਾ। ਤਸਵੀਰ ਉਹਨੂੰ ਵਿਖਾਈ ਜਿਹੜਾ ਉੱਥੇ ਡਿਊਟੀ ਤੇ ਸੀ, ਉਹਨੂੰ ਆਹ ਤਸਵੀਰ ਵਿਖਾਈ ਵੀ ਆ ਸਾਡੇ ਡੈਡੀ ਦੀ ਦਰਬਾਰ ਸਾਹਿਬ। ਆਂਦਾ ਇਹ ਰੂਲ ਹੈ ਸਾਡੇ, ਭਾਵੇਂ ਕੋਈ ਵੀ ਹੋਵੇ ਹੂੰ ਸਾਡਾ ਰੂਲ ਹੈ, ਪਰ ਰੂਲ ਸ਼ਹੀਦ ਪਰਿਵਾਰਾਂ ਵਾਸਤੇ ਰੂਲ ਨਹੀਂ ਚਾਹੀਦਾ ਰੱਖਣਾ ਜਿਹੜਾ ਸਾਰਾ ਕੁਝ ਵਿਖਾ ਦੇਵੇ। ਇਹ ਤਸਵੀਰ ਨੂੰ ਵੇਖ ਕੇ ਉਹਨਾਂ ਨੂੰ ਡਰਨਾ ਚਾਹੀਦਾ ਹੈ ਵੀ ਅਸੀਂ ਇਹਨਾਂ ਨੂੰ ਕਮਰਾ ਦੇਈਏ। ਹੂੰ। ਤਾਂ ਜਿਨ੍ਹਾਂ ਨੇ ਕੌਮ ਖਾਤਰ ਕੁਰਬਾਨੀ ਕੀਤੀ, ਸਿੱਖਾਂ ਦੀ ਸੰਸਥਾ ਕੋਲੇ ਉਹਨਾਂ ਦੇ ਲਈ ਮੁਫਤ ਕਮਰਾ ਵੀ ਨਹੀਂ ਹੈਗਾ। ਸ਼ਹੀਦੀ ਕਿਸੇ ਮਦਦ, ਕਿਸੇ ਜਿਹੜਾ ਹੈਗਾ ਭੇਟਾ ਦੀ ਮੁਹਤਾਜ ਨਹੀਂ ਹੁੰਦੀ। ਸ਼ਹੀਦੀ ਜਿਹੜੀ ਆ ਉਹ ਸਦਾ ਸਤਿਕਾਰਯੋਗ ਹੁੰਦੀ ਆ, ਪਰ ਸੰਸਥਾਵਾਂ ਦਾ ਫਰਜ਼ ਬਣਦਾ, ਮੈਂ ਵਾਰ-ਵਾਰ ਕਿਹਾ ਵੀ ਸੰਸਥਾਵਾਂ ਦਾ, ਕੌਮ ਦੇ ਫਰਜ਼ੰਦਾਂ ਦਾ ਫਰਜ਼ ਬਣਦਾ ਹੁੰਦਾ ਵੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਦੇ ਪਰਿਵਾਰਾਂ ਦਾ ਮਾਣ ਸਤਿਕਾਰ ਕਰੀਏ। ਪਰ ਬਹੁਤ ਸਾਰੇ ਸਵਾਲ ਜਿਹੜੇ ਆ ਖੜੇ ਹੋ ਜਾਂਦੇ ਆ ਸਿੱਖਾਂ ਦੀਆਂ ਸੰਸਥਾਵਾਂ ਤੇ, ਸਿੱਖਾਂ ਦੀਆਂ ਜਥੇਬੰਦੀਆਂ ਤੇ, ਸਿੱਖਾਂ ਦੀਆਂ ਪਾਰਟੀਆਂ ਤੇ, ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਬਾਹਾਂ ਖਿਲਾਰ ਕੇ ਕਹਿਣ ਵਾਲੇ ਵੀ ਪੰਥ ਨੂੰ ਖਤਰਾ ਹੈ, ਪੰਥ ਗਿਆ ਹੋਏ, ਕੌਮ ਗਈ ਹੋਏ। ਕਿਸੇ ਨੂੰ ਕੋਈ ਖਤਰਾ ਨਹੀਂ ਗਾ, ਕੌਮ ਨੂੰ, ਪੰਥ ਨੂੰ ਨਹੀਂ ਖਤਰਾ। ਖਤਰਾ ਹੈ ਤਾਂ ਇਹਨਾਂ ਦੀ ਕੁਰਸੀ ਨੂੰ ਖਤਰਾ, ਖਤਰਾ ਹੈ ਤਾਂ ਇਹਨਾਂ ਦੇ ਟੱਬਰਾਂ ਨੂੰ ਖਤਰਾ। ਤੁਹਾਨੂੰ ਲੱਗਦਾ ਵੀ ਜਿਹੜੇ ਅੱਜ ਕੌਮ ਦੇ ਆਗੂ ਬਣੇ ਹੋਏ ਜਦੋਂ ਉਹ ਵੀ ਜਾਂਦੇ ਹੋਣਗੇ ਉਹਨਾਂ ਨੂੰ ਮੁਫਤ ਕਮਰਾ ਨਹੀਂ ਮਿਲਦਾ ਹੋਊਗਾ? ਉਹਨਾਂ ਨੂੰ ਤਾਂ ਜੀ ਮਿਲਦੇ ਆ, ਜਿਵੇਂ ਹੁਣ ਕੋਈ ਤਗੜਾ ਬੰਦਾ ਉਹਨੇ ਦਾ ਫੋਨ ਕਰਾ ਦੇਣਾ। ਇਹਨਾਂ ਨੂੰ ਜਿਹੜਾ ਇਹਨਾਂ ਨੇ ਆਪਦੇ ਕੋਟੇ ਦੇ ਵਿੱਚ 250-300 ਕਮਰਾ ਰੱਖਿਆ ਹੁੰਦਾ ਜੀ। ਜਿਹੜਾ ਬਾਹਰੋਂ ਕੋਈ ਤਗੜੇ ਬੰਦੇ ਆਉਣ ਉਹ ਕਹਿ ਦੇਣ ਵੀ ਇੰਨੇ ਕਮਰੇ ਸਾਨੂੰ ਚਾਹੀਦੇ ਆ, ਇਹ ਕਮਰੇ ਉਹਨਾਂ ਨੂੰ ਦਿੰਦੇ ਆ। ਇਹ ਆਮ ਲੋਕਾਂ ਨੂੰ ਕਮਰੇ ਨਹੀਂ ਦਿੰਦੇ। ਜਿਵੇਂ ਅਸੀਂ ਗਏ ਚਲੇ, ਤੁਹਾਨੂੰ ਦੱਸਿਆ ਸਾਨੂੰ ਇਹਨਾਂ ਕਮਰਾ ਨਹੀਂ ਦਿੱਤਾ, ਕਮਰੇ ਹੈਗੇ ਨਹੀਂ ਸੀ, ਸਭ ਕੁਝ ਹੈਗਾ ਹੈ ਜੀ। ਬਿਲਕੁਲ। ਤਾਂ ਜਿੱਥੇ ਬਹੁਤ ਸਾਰੇ ਪੱਖ ਆ, ਇਹ ਵੀ ਇੱਕ ਪੱਖ ਭਾਈ ਸਾਹਿਬ ਨੇ ਸ਼ੁਰੂ ਕਰ ਲਿਆ ਤੇ ਮੈਂ ਰੋਕਣਾ ਨਹੀਂ ਸੀ ਚਾਹੁੰਦਾ ਕਿ ਸੱਚਮੁੱਚ ਇਸ ਤਰ੍ਹਾਂ ਹੁੰਦਾ ਹੈ। ਸ਼ਹੀਦਾਂ ਦੇ ਪਰਿਵਾਰਾਂ ਨੂੰ ਕਿਸ ਤਰ੍ਹਾਂ ਕਮਰੇ ਮਿਲਦੇ ਆ? ਜੇ ਸ਼ਹੀਦਾਂ ਦੀਆਂ ਤਸਵੀਰਾਂ ਵੀ ਵਿਖਾ ਦਿਓ ਵੀ ਆਹ ਤਸਵੀਰ ਆ ਮੇਰੇ ਕੋਲੇ, ਫਿਰ ਵੀ ਕੁਝ ਨਿਯਮ ਹੈਗੇ ਆ। ਧੰਨਵਾਦ ਭਾਈ ਸਾਹਿਬ, ਤੁਸੀਂ ਸਮਾਂ ਕੱਢਿਆ। ਪੂਰੀ ਦੁਨੀਆ ਜਿਹੜੀ ਆ ਉਹ ਤੁਹਾਨੂੰ ਦੇਖੇਗੀ। ਫੋਨ ਨੰਬਰ ਜਿਹੜਾ ਮੇਰਾ ਉਹ ਉੱਤੇ ਲਿਖਿਆ ਹੋਇਆ ਜੀ। ਆਹ ਹਾਂ ਸੀ, ਜੇ ਕਿਸੇ ਨੇ ਮੈਨੂੰ ਕੋਈ ਵੀ ਗੱਲਬਾਤ, ਨੰਬਰ ਇਹਨਾਂ ਦਾ 99 148 73799, ਕੋਈ ਵੀ ਡੈਡੀ ਦੇ ਕੁਰਬਾਨੀ ਪੁੱਛਣੀ ਹੋਵੇ 32425 ਅਸੀਂ ਥੱਲੇ ਲਿਖ ਵੀ ਦਿਆਂਗੇ। ਤਾਂ ਭਾਈ ਰਸਾਲ ਸਿੰਘ ਆਰਫਕੇ ਫਿਰੋਜ਼ਪੁਰ, ਹੁਣ ਵੀ ਇਹਨਾਂ ਦੀ ਵਸੋਂ ਜਿਹੜੀ ਹੈ ਪਿੰਡ ਆਰਫਕੇ, ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਕਿਹੜੀ ਪੈਂਦੀ? ਫਿਰੋਜ਼ਪੁਰੀ। ਤਹਿਸੀਲ ਵੀ ਫਿਰੋਜ਼ਪੁਰ, ਡਾਕਖਾਨਾ ਡਾਕਖਾਨਾ ਆਰਫਕੇ। ਉੱਥੇ ਅਜੇ ਵੀ ਇਹ ਪਰਿਵਾਰ ਉਸੇ ਜਗ੍ਹਾ ਤੇ ਰਹਿੰਦਾ ਜਿੱਥੇ ਇਹਨਾਂ ਦੇ ਪਿਤਾ ਜੀ ਰਹਿੰਦੇ ਰਹੇ। ਉਹ ਪੁਲ ਜਿੱਥੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਪਹਿਲੀ ਵਾਰ ਰਸਾਲ ਸ਼ਰਾਬੀ ਮਿਲੇ, ਉਹ ਰਸਾਲ ਸ਼ਰਾਬੀ ਸ਼ਹੀਦ ਭਾਈ ਰਸਾਲ ਸਿੰਘ ਥੋੜੀ ਹੋਰ ਮੈਂ ਉਹਨਾਂ ਦੀ ਬਹਾਦਰੀ ਦੱਸਣੀ ਜੇ ਸਮਾਂ ਹੈਗਾ। ਜੀ ਬਿਲਕੁਲ ਬਿਲਕੁਲ। ਇੱਥੇ ਕਮਾਲੇ ਵਾਲਾ ਪਿੰਡ ਹੈ ਜੀ ਲਾਗੇ, ਉੱਥੇ ਬਲਰਾਮ ਜਾਖੜ ਆਇਆ ਸੀ। ਅੱਛਾ। ਬਲਰਾਮ ਜਾਖੜ ਤੁਸੀਂ ਸੁਣਿਆ ਹੋਣਾ ਜੀ? ਹਾਂ, ਸੁਨੀਲ ਜਾਖੜ ਦਾ ਪਿਤਾ। ਹਾਂਜੀ, ਉਹ ਆਇਆ ਸੀ ਤੇ ਉਹ ਭਾਈ ਗੁਰਦੇਵ ਸਿੰਘ ਸਮਾਨ ਵਾਲਾ, ਤੇ ਉਹ ਸਿੱਖੀ ਦੇ ਉਲਟ ਬੋਲਦਾ ਹੁੰਦਾ ਸੀ। ਤੇ ਉੱਥੇ ਇਹਨੇ ਆਉਣਾ ਸੀ ਬਲਰਾਮ ਜਾਖੜ ਨੂੰ। ਡੈਡੀ ਗੁਰਦੇਵ ਸਿੰਘ ਨੂੰ ਪਤਾ ਲੱਗਾ, ਗੁਰਦੇਵ ਸਿੰਘ ਨੇ ਫੋਨ ਕੀਤਾ ਸਾਡੇ ਡੈਡੀ ਨੂੰ ਵੀ ਇਸ ਤਰ੍ਹਾਂ ਉਹਨੇ ਆਉਣਾ, ਉਹਨੇ ਸਿੱਖੀ ਦੇ ਬਾਰਖਲਾਫ ਬੋਲਣਾ ਉੱਥੇ। ਉੱਥੇ ਡੈਡੀ ਹਰੀ ਗੁਰਦੇਵ ਸਿੰਘ ਵੀ ਪਹੁੰਚ ਗਿਆ, ਸਮਾਨ ਵਾਲਾ ਸਾਡਾ ਡੈਡੀ ਪਹੁੰਚ ਗਿਆ ਉੱਥੇ। ਜਦੋਂ ਉਹ ਸਿੱਖੀ ਦੇ ਉਲਟ ਬੋਲਣ ਲੱਗਾ ਤੇ ਉੱਥੇ ਮਾਈਕ ਖੋਲਿਆ। ਅੱਛਾ। ਹੁੰਦਾ ਜੀ, ਉਹਨੂੰ ਬੋਲਣ ਨਹੀਂ ਦਿੱਤਾ। ਉੱਥੇ ਫਿਰ ਬਹੁਤ ਜ਼ਿਆਦਾ ਧੱਪਾ ਮੁੱਕੀ ਡੈਡੀ ਹਰਾਂ ਕੀਤਾ, ਫਿਰ ਉੱਥੋਂ ਭੱਜ ਗਏ। ਹੋਰ ਬਹੁਤ ਨੇਕਾਂ ਕੁਰਬਾਨੀਆਂ ਜਿਹੜੀਆਂ ਸਾਡੇ ਡੈਡੀ ਨੇ, ਜਿਹੜੇ ਹਿੰਦੂ ਪਰਿਵਾਰ ਹੈ ਇੱਥੇ ਰਹਿੰਦੇ ਆ, ਉਹ ਅਜੇ ਤੱਕ ਯਾਦ ਕਰਦੇ ਆ ਕਿ ਉਹਦੇ ਬਾਰੇ ਅਸੀਂ ਅੱਜ ਤੱਕ ਵਸਣ ਡਏ। ਅੱਜ ਤੱਕ ਕਈ ਸ਼ਰਾਰਤੀ ਅਫਸਰ ਵੀ ਹੈਗੇ ਸੀ, ਸਿੰਘ ਬਣਦੇ ਸੀ ਤੇ ਸਿੰਘ ਬਣ ਕੇ ਪਰੇਸ਼ਾਨ ਕਰਦੇ ਸੀ ਪੈਸੇ ਲੈਣ ਦੇ ਮਾਰੇ। ਅੱਛਾ।
ਪਰ ਡੈਡੀ ਨੇ ਆਖਿਆ ਵੀ ਨਹੀਂ, ਇਹਨਾਂ ਨੂੰ ਮੈਂ ਪਰੇਸ਼ਾਨੀ ਨਹੀਂ, ਜਿੰਨਾ ਚਿਰ ਮੈਂ ਜਿਉਣਾ। ਹੂੰ। ਅੱਜ ਦੇ ਉਹ ਬੈਠੇ ਹੋਏ ਅਜੇ ਤੱਕ ਨਾਂ ਲੈਂਦੇ ਵੀ ਤੁਹਾਡੇ ਡੈਡੀ ਨੇ ਇੱਥੇ ਸਾਨੂੰ ਵਸਾਇਆ। ਤਾਂ ਫਿਰ ਜਿਹੜੇ ਕਹਿੰਦੇ ਵੀ ਖਾੜਕੂ ਜੀ ਹਿੰਦੂਆਂ ਦੇ ਵਿਰੋਧੀ ਸੀ, ਹਿੰਦੂ ਮਾਰਤੇ ਪੰਜਾਬ 'ਚ, ਉਹ ਗੱਲਾਂ ਫਿਰ ਸਭ ਉਹ ਤਾਂ ਵਿਰੋਧੀ ਤਾਂ ਹੈ ਜੀ ਜੇ ਉਹ ਝੂਠੀਆਂ ਬਣਾਈਆਂ ਹੋਈਆਂ। ਝੂਠੀਆਂ ਬਣਾਈਆਂ। ਤਾਂ ਅਜੇ ਵੀ ਕੁਝ ਪਰਿਵਾਰ ਹੈਗੇ ਜਿਨ੍ਹਾਂ ਨੇ ਹਾਂ, ਇਹਨਾਂ ਨੂੰ ਮਿਲੇ ਕੁਰਬਾਨੀਆਂ ਤੇ ਉਹ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਮਿਲ ਗਏ। ਹਾਂ, ਹਿੰਦੂ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ। ਹਿੰਦੂ ਪਰਿਵਾਰ ਕੁਰਬਾਨੀ ਦੇ ਨਹੀਂ ਉਲਟ ਹੋ ਸਕਦਾ ਜੀ, ਉਹ ਵੀ ਗੁਰੂ ਨੂੰ ਮੰਨਦੇ ਆ, ਹਿੰਦੂ ਵੀ ਗੁਰੂ ਨੂੰ ਮੰਨਦੇ ਆ। ਭਾਈ ਜੀਤ ਸਿੰਘ ਹਿੰਦੂ ਪਰਿਵਾਰ ਚੋਂ ਹੀ ਸੀ ਜਿਹੜੇ ਖਾੜਕੂ ਸ਼ਹੀਦ ਹੋਏ ਜੂਨ 84 ਦੇ ਵਿੱਚ। ਹਾਂਜੀ, ਹਿੰਦੂ ਪਰਿਵਾਰ ਜੀ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ।